जी दोहरा करते हमन विधान को बीत गए 5 मास। ਇਸ ਤਰ੍ਹਾਂ ਸਾਧ ਸੰਗਤ ਜੀ ਵੈਸਾਖ ਦੇ ਮਹੀਨੇ ਤੋਂ ਇਹ ਜੋ ਪ੍ਰਯੋਗ ਸੀ ਆਰੰਭ ਕੀਤਾ ਸੀ। ਹੁਣ ਕਰਦਿਆਂ 5 ਮਹੀਨੇ ਬੀਤ ਗਏ ਹਨ। ਸੋਝ ਹਜ਼ਾਰੋਂ ਮਣ ਪਰੀ ਪਾਵਕ ਭਏ ਪ੍ਰਕਾਸ਼। ਹਜ਼ਾਰਾਂ ਮਣ ਸਮੱਗਰੀ ਹਮਨ ਹੋ ਚੁੱਕੀ ਹੈ। ਬਹੁਤ ਅਗਨ ਪ੍ਰਚੰਡ ਰਹਿੰਦੀ ਹੈ। ਹਰ ਵੇਲੇ ਹਮਨ ਹੁੰਦਾ ਰਹਿੰਦਾ। ਗੁਰੂ ਸਾਹਿਬ ਕਰਦੇ ਹਨ। ਬੇਅੰਤ ਲੱਖਾਂ ਦੇ ਹਿਸਾਬ ਨਾਲ ਮਹਾਰਾਜ ਚੰਡੀ ਦਾ ਜਾਪ ਕਰਦੇ ਹਨ। ਚੌਪਈ ਮਾਸ ਅਸੋਜ ਸੁਕਲ ਪਖ ਆਇਓ। ਸਾਧ ਸੰਗਤ ਜੀ ਅੱਸੂ ਮਹੀਨੇ ਦਾ ਸ਼ੁਕਲ ਪੱਖ ਚਾਨਣਾ ਪੱਖ ਆ ਗਿਆ ਹੈ। ਨੌਮੀ ਦੇ ਉਸ ਆਨੰਦ ਉਪਾਇਓ। ਚਾਨਣੇ ਪੱਖ ਦੀ ਨੌਵੀਂ ਦਾ ਦਿਨ ਬੜਾ ਆਨੰਦਦਾਇਕ ਖੁਸ਼ੀਆਂ ਦੇਣ ਵਾਲਾ ਹੈ। ਸਰਬ ਠੋਰ ਤੇ ਪੂਜ ਵਡੇਰੀ। ਸਾਰੇ ਪਾਸੇ ਚੰਡੀ ਦੀ ਪੂਜਾ ਹੋ ਰਹੀ ਹੈ। ਜਾਪ ਹੋ ਰਿਹਾ ਹਰ ਪ੍ਰਕਾਰ ਨਾਲ। ਅੱਜ ਤੱਕ ਸਾਰਾ ਯੱਗ ਹਮਨ ਸ਼ੁੱਧ ਮਰਜ਼ਾਦਾ ਅਨੁਸਾਰ ਹੋ ਰਿਹਾ ਹੈ। ਹਮਨ ਸੋ ਮੰਤਰ ਕੀਨ ਬਹੁ ਬੇਰੀ। ਬਹੁਤ ਵਾਰੀ ਹਮਨ ਕੀਤੇ ਗਏ ਹਨ ਔਰ ਮੰਤਰਾਂ ਦਾ ਜਾਪ ਕੀਤਾ ਗਿਆ ਹੈ। ਪੰਜ ਪਹਿਰ ਕੋ 9 ਦਿਨ ਹੋਵਾ। ਸਾਧ ਸੰਗਤ ਜੀ ਪੰਜ ਪਹਿਰ ਕੋ 9 ਦਿਨ ਹੋਵਾ। ਯਾਨੀ ਪੰਜ ਪਹਿਰ ਜਿਹੜੇ ਸਨ ਪੂਜਾ ਕਰਦਿਆਂ ਨੂੰ ਹੋ ਗਏ 9 ਦਿਨ ਹੋ ਗਏ। 9ਵੀਂ ਥਿਤ ਵਾਲੇ ਦਿਨ ਨਿਸਮਹਿ ਦੇਵੀ ਦਰਸ਼ਨ ਜੋਵਾ। ਰਾਤ ਨੂੰ ਮਹਾਰਾਜ ਨੂੰ ਸੁਪਨੇ ਵਿੱਚ ਚੰਡੀ ਦੇ ਦਰਸ਼ਨ ਹੋਏ ਹਨ। ਸੁਪਨ ਵਿਖੇ ਮਿਲ ਕਰ ਜਗ ਮਾਈ। ਸੁਪਨ ਦੇ ਵਿੱਚ ਜਗਤ ਮਾਤਾ ਚੰਡਕਾ ਨੇ ਦਰਸ਼ਨ ਦਿੱਤੇ ਹਨ। ਨਿਜ ਆਵਨ ਕੋ ਦਿਓ ਬਤਾਈ। ਤੇ ਆਪਣੇ ਆਉਣ ਦਾ ਇਸ਼ਾਰਾ ਦੇ ਦਿੱਤਾ ਹੈ, ਸੰਕੇਤ ਦੇ ਦਿੱਤਾ ਹੈ ਕਿ ਮੈਂ ਪ੍ਰਗਟ ਹੋ ਕੇ ਰਵਾਂਗੀ। ਇਹ ਸੋਤ ਹੋਮ ਹੋ ਮੰਤਰ ਸਮੇਤਾ। ਜਗਤ ਮਾਤ ਚੰਡਕਾ ਕਹਿੰਦੀ ਹੈ ਪੁੱਤਰ ਤੁਸੀਂ ਮੰਤਰ ਸਮੇਤ ਹਮਨ ਕਰੀ ਚੱਲੋ। ਧਰੋ ਧਿਆਨ ਮੁਝ ਆਵਨ ਹੇਤਾ। ਔਰ ਮੇਰੇ ਪ੍ਰਗਟ ਕਰਨ ਵਾਸਤੇ ਧਿਆਨ ਧਰੋ। ਧਿਆਨ ਧਰੋ ਤਿਹ ਕੋ ਮਨ ਮੈਂ ਜੇ ਕੋ ਅਮਿਤੋਜ ਸਭੈ ਜਗ ਛਾਇਓ। ਜਿਸ ਸ਼ਕਤੀ ਦਾ ਜਿਸ ਚੰਡੀ ਦਾ ਘਟ ਘਟ ਵਿੱਚ ਪ੍ਰਵੇਸ਼ ਹੈ, ਜਿਸ ਨੂੰ ਪ੍ਰਗਟ ਕਰਨ ਦੇ ਨਾਲ ਸਾਰੇ ਮੋਰਚੇ ਫਤਿਹ ਹੋ ਜਾਂਦੇ ਹਨ, ਉਸ ਦਾ ਤੁਸੀਂ ਧਿਆਨ ਕਰੀ ਚੱਲੋ। ਮੈਂ ਸਮੇਂ ਅਨੁਸਾਰ ਪ੍ਰਗਟ ਹੋਵਾਂਗੀ। ਸਮਾਂ ਹੋਏ ਦਰਸ਼ਨ ਕੋ ਜਬੈ। ਜਦੋਂ ਪ੍ਰਤੱਖ ਦਰਸ਼ਨ ਦੇਣ ਦਾ ਸਮਾਂ ਆਇਆ ਇੱਕ ਵਾਰ ਆਵੋ ਚਲ ਤਬੈ। ਤਾਂ ਇੱਕ ਵਾਰ ਮੈਂ ਤੁਹਾਡੇ ਕੋਲ ਪ੍ਰਤੱਖ ਹੋ ਕੇ ਆਵਾਂਗੀ ਔਰ ਪ੍ਰਤੱਖ ਦਰਸ਼ਨ ਦਿਆਂਗੀ। ਪਰ ਮਨੋਰਥ ਕਰਹੁ ਤੁਹਾਰਾ। ਤੁਹਾਡਾ ਮਨੋਰਥ ਪੂਰਾ ਕਰ ਦਿਆਂਗੀ। ਤੁਹਾਡੀ ਹਰ ਮੈਦਾਨ ਫਤਿਹ ਹੋਵੇ ਐਸਾ ਮੈਂ ਵਰਦਾਨ ਦਿਆਂਗੀ। ਕਹਿਓ ਬਰ ਜਿਮ ਹਿਰਦੈ ਮਝਾਰਾ। ਜੋ ਤੁਸੀਂ ਵਰ ਲੈਣਾ ਚਾਹੁੰਦੇ ਹੋ, ਜੋ ਮੰਗ ਰਹੇ ਹੋ, ਦੇ ਸ਼ਿਵਾ ਬਰ ਮੋਹਿ ਇਹ ਹੈ। ਸ਼ੁਭ ਕਰਮਨ ਤੇ ਕਬਹੂ ਨਾ ਟਰੋ। ਨਾ ਟਰੋ ਅਰਸੋਂ ਜਬ ਜਾਏ ਲਰੋ। ਨਿਸ਼ਚੈ ਕਰ ਆਪਣੀ ਜੀਤ ਕਰੋ। ਉਹ ਵਰਦਾਨ ਤੁਹਾਨੂੰ ਦਵਾਂਗੀ। ਤੈ ਸਵਾ ਜਾਮ ਕਹਿ ਜਾਮੂ। ਮਹਾਰਾਜ ਸੱਚੇ ਪਾਤਸ਼ਾਹ ਜੀ ਇੱਕ ਪਹਿਰ ਜਾਂ ਵੱਧ ਤੋਂ ਵੱਧ ਸਵਾ ਪਹਿਰ ਆਰਾਮ ਕਰਦੇ ਹਨ। 3 ਘੰਟੇ ਹੱਦ ਪੌਣੇ 4 ਘੰਟੇ। ਇਸ ਤੋਂ ਜ਼ਿਆਦਾ ਹੁਣ ਗੁਰੂ ਸਾਹਿਬ ਸੌਂਦੇ ਨਹੀਂ ਹਨ। ਸਵਾ ਪੈਰ ਲਗਭਗ ਹੋ ਚੁੱਕਾ ਸੀ ਆਰਾਮ ਕਰਦਿਆਂ ਨੂੰ। 3-3.5 ਘੰਟੇ ਲੰਘੇ ਜਦੋਂ ਇਹ ਸੁਪਨਾ ਆਇਆ। ਇਹ ਸੋਹਣਾ ਸੁਪਨਾ ਵੇਖ ਕੇ ਕਲਗੀਧਰ ਪਾਤਸ਼ਾਹ ਜੀ ਉੱਠ ਬੈਠੇ ਹਨ। ਸੋਚ ਇਸ਼ਨਾਨੇ ਆਨੰਦ ਮਹਾਨਾ। ਔਰ ਸੋਚ ਇਸ਼ਨਾਨ ਕਰਕੇ ਬੜੇ ਪ੍ਰਸੰਨ ਹੋਏ ਨੇ, ਬੜੇ ਖੁਸ਼ ਹੋਏ ਨੇ। ਬਸਤਰ ਸ਼ਸਤਰ ਬੈਠੇ ਸਭ ਧਨ। ਬਸਤਰ ਸ਼ਸਤਰ ਪਹਿਨ ਕੇ ਸਾਵਧਾਨ ਹੋ ਕੇ ਕਮਰ ਕਸਾ ਲਾ ਕੇ ਕਲਗੀਧਰ ਜੀ ਬੈਠੇ ਨੇ। ਪਰ ਮਿਲਿਓ ਆਣ ਥਿਰ ਹੋਵਾ। ਇਹਨਾਂ ਨੂੰ ਪੰਡਿਤ ਕੇਸੋ ਦਾਸ ਜੀ ਵੀ ਆ ਕੇ ਮਿਲੇ ਹਨ। ਕਹਿਓ ਗੁਰੂ ਜੀ ਨੂੰ ਸੁਪਨਾ ਜੋਵਾ। ਆ ਕੇ ਮਹਾਰਾਜ ਦਸਵੇਂ ਪਾਤਸ਼ਾਹ ਜੀ ਨੂੰ ਦਸਵੇਂ ਪਾਤਸ਼ਾਹ ਜੀ ਨੇ ਆਪਣੇ ਸੁਪਨੇ ਬਾਰੇ ਕੇਸੋ ਦਾਸ ਨੂੰ ਦੱਸਿਆ ਹੈ। ਸੁਣ ਕੇ ਕੇਸੋ ਦਾਸ ਪੰਡਿਤ ਵੀ ਬੜਾ ਖੁਸ਼ ਹੋਇਆ। ਉਸ ਨੂੰ ਵੀ ਆਪਣੀ ਮਿਹਨਤ ਦਾ ਫਲ ਮਿਲਣ ਵਾਲਾ ਨਜ਼ਰ ਆਇਆ ਕਿ ਜਿਸ ਕਾਰਜ ਲਈ ਇਹ ਪ੍ਰਯੋਗ ਕਰ ਰਹੇ ਹਾਂ, ਪ੍ਰਮਾਤਮਾ ਕਰੇ ਉਹ ਕਾਰਜ ਪੂਰਾ ਹੋ ਜਾਵੇ, ਸਾਡਾ ਪ੍ਰਯੋਗ ਸਫਲਾ ਹੋ ਜਾਵੇ। ਜਗਦੰਬਾ ਕਹਿ ਬੰਦਿਓ। ਜਗਤ ਮਾਤ ਚੰਡਕਾ ਦੀ ਜੈ ਜੈਕਾਰ ਹੋਵੇ। ਇਹ ਕਹਿ ਕੇ ਕੇਸੋ ਦਾਸ ਨੇ ਦੋਵੇਂ ਹੱਥ ਜੋੜ ਕੇ ਪਰਮੇਸ਼ਰ ਅੱਗੇ ਨਮਸਕਾਰ ਕੀਤੀ ਹੈ। ਮਹਾਰਾਜ ਆਪ ਜੀ ਨੂੰ ਜੋ ਸੁਪਨਾ ਆਇਆ ਹੈ ਇਹ ਦੱਸ ਰਿਹਾ ਹੈ ਕਿ ਸਾਡੀ ਮਿਹਨਤ ਸਫਲੀ ਹੋਵੇਗੀ।
ਅਸੀਂ ਜਿਹੜੀ ਇਹ ਸਾਧਨਾ ਕਰ ਰਹੇ ਹਾਂ, ਪ੍ਰਯੋਗ ਕਰ ਰਹੇ ਹਾਂ, ਹਮਨ ਕਰ ਰਹੇ ਹਾਂ, ਇਹਦੇ ਵਿੱਚੋਂ ਜਗਤ ਮਾਤ ਚੰਡਕਾ ਜ਼ਰੂਰ ਪ੍ਰਗਟ ਹੋਵੇਗੀ। ਦਿਨ ਦਰਸ਼ਲੇ ਹੋ ਇੱਕ ਬਾਰੀ, ਜਿਸ ਦਿਨ ਮਹਾਰਾਜ ਆਪ ਜੀ ਉਸ ਜਗਤ ਮਾਤ ਚੰਡਕਾ ਦੇ ਦਰਸ਼ਨ ਕਰੋਗੇ, ਉਹ ਦਿਨ ਬੜਾ ਭਾਗਾਂ ਵਾਲਾ ਹੋਵੇਗਾ। ਸੁਣੋ ਗੁਰੂ ਜੀ ਅਦਕ੍ਰਿਤ ਹੋਈ, हे ਮਹਾਰਾਜ ਜੀ, ਅੱਧੀ ਕਿਰਤ ਹੋ ਗਈ ਹੈ, ਅੱਧਾ ਪ੍ਰਯੋਗ ਸਫਲਾ ਹੋ ਗਿਆ ਹੈ। 5 ਮਹੀਨਿਆਂ ਵਿੱਚ ਆਪ ਜੀ ਨੂੰ ਸੁਪਨ ਦਰਸ਼ਨ ਜਗਤ ਮਾਤ ਚੰਡਕਾ ਦੇ ਹੋ ਗਏ ਹਨ। ਜਿਸ ਦਿਨ ਪੂਰਨ ਸੋਈ, ਜਿਸ ਦਿਨ ਪ੍ਰਤੱਖ ਦਰਸ਼ਨ ਦੇਵੇਗੀ, ਉਸ ਦਿਨ ਸਾਡੀ ਸਾਧਨਾ, ਸਾਡਾ ਪ੍ਰਯੋਗ ਸਮਝੋ ਪੂਰਾ ਸਫਲ ਹੋ ਜਾਏਗਾ। ਅੱਜ ਸਾਨੂੰ ਅੱਧੀ ਕਾਮਯਾਬੀ ਮਿਲੀ ਹੈ, ਪ੍ਰਮਾਤਮਾ ਕਰੇ ਇੱਕ ਦਿਨ ਸਾਨੂੰ ਪੂਰੀ ਕਾਮਯਾਬੀ ਮਿਲ ਜਾਵੇ। ਨੇਮ ਸਮੇਤ ਹਮਨ ਕੋ ਕਰੋ, ਮਹਾਰਾਜ ਨੇਮ ਨਾਲ ਆਪਣਾ ਹਮਨ ਕਰੀ ਚੱਲੋ, ਸਾਧਨਾ ਕਰੀ ਚੱਲੋ। ਧਿਆਨ ਜਥਾਵਤ ਨਿਤ ਪਤ ਕਰੋ, ਔਰ ਜਿਵੇਂ ਰੋਜ਼ ਆਪ ਜਗਤ ਮਾਤ ਚੰਡਕਾ ਦਾ ਧਿਆਨ ਧਰਦੇ ਹੋ, ਇਸੇ ਤਰ੍ਹਾਂ ਹਰ ਰੋਜ਼ ਜਗਤ ਮਾਤ ਚੰਡਕਾ ਦਾ ਧਿਆਨ ਧਰੀ ਚੱਲੋ। ਪਟ ਪਟ ਮੰਤਰ ਹੋਮ ਹੋਏ ਜੀਤਾ, ਔਰ ਮੰਤਰ ਪੜ ਪੜ ਕੇ ਹਮਨ ਕਰੀ ਚੱਲੋ। ਕਾਰਜ ਬਨਿਓ ਜਾਨੀਏ ਤੇਤਾ, ਮਹਾਰਾਜ ਉਹ ਸਮਝੋ ਉਨੀ ਛੇਤੀ ਕੰਮ ਬਣਿਆ। ਜਦੋਂ ਆਪ ਜੀ ਇਹ ਪ੍ਰਯੋਗ ਪੂਰਨ ਕਰ ਲਵੋਗੇ, ਉਦੋਂ ਸਮਝੋ ਇਹ ਸਾਰੇ ਕਾਰਜ ਫਤਿਹ ਹੋ ਜਾਣਗੇ। ਸੁਣ ਦਿਸਤੇ ਸਤਿਗੁਰ ਚਿਰ ਕਾਲਾ, ਇਹ ਸੁਣ ਕੇ ਪੰਡਿਤ ਕੇਸੋ ਦਾਸ ਦੇ ਬਚਨ ਲਗੇ ਬੈਠ ਬੇਤ ਬਹਿ ਵਿਸਾਲਾ, ਮਹਾਰਾਜ ਫਿਰ ਬੜਾ ਕਠਿਨ ਤਪ ਕਰਨ ਲੱਗੇ ਹਨ। ਹਮਨ ਦੇ ਉੱਤੇ ਲਗਾਤਾਰ ਕਈ ਘੰਟੇ ਬਹਿ ਕੇ ਮੰਤਰ ਜਪ ਕਰਦੇ ਹਨ। ਦਵਾਦਸ਼ ਜਾ ਮਹਿ ਕੋ ਇੱਕ ਆਸਨ, ਹੁਣ ਮਹਾਰਾਜ ਨੇ ਸਾਧ ਸੰਗਤ ਜੀ ਹੱਦ ਹੀ ਕਰ ਦਿੱਤੀ ਹੈ। ਪਹਿਲਾਂ 5 ਪਹਿਰਾਂ ਦਾ ਮਹਾਰਾਜ ਨੇ ਪ੍ਰਯੋਗ ਕੀਤਾ ਸੀ, 15 ਘੰਟਿਆਂ ਦਾ। ਫਿਰ ਮਹਾਰਾਜ ਨੇ ਪੰਡਿਤ ਨੇ ਕਿਹਾ ਤੇ ਘਟਾ ਦਿੱਤਾ, ਪੌਣੇ 4 ਘੰਟੇ, 4 ਘੰਟੇ ਯਾਨੀ ਸਵਾ ਕੁ ਪਹਿਰ ਦਾ ਰੱਖ ਲਿਆ। ਹੁਣ ਜਦੋਂ ਸੁਪਨ ਦਰਸ਼ਨ ਹੋ ਗਏ ਹਨ, ਹੁਣ ਮਹਾਰਾਜ 12 ਪਹਿਰ ਦਾ ਆਸਣ ਕਰ ਲਿਆ ਹੈ। ਅੱਜ ਸਵੇਰੇ ਬੈਠ ਗਏ ਨੇ, ਸਾਰਾ ਦਿਨ, ਸਾਰੀ ਰਾਤ ਤੇ ਅਗਲਾ ਦਿਨ ਵੀ ਬੈਠਣਗੇ, ਯਾਨੀ 36 ਘੰਟੇ ਲਗਾਤਾਰ। ਹੁਣ 10ਵੇਂ ਪਾਤਸ਼ਾਹ ਜੀ ਸਾਧਨਾ ਕਰਨ ਲੱਗੇ ਹਨ। ਹੋਮ ਕਰਹਿ ਬੜ ਲਾਟ ਪ੍ਰਕਾਸ਼ਨ, ਲਗਾਤਾਰ 36 ਘੰਟੇ ਗੁਰੂ ਸਾਹਿਬ ਚੌਂਕੜਾ ਲਾ ਕੇ ਬੈਠੇ ਰਹਿੰਦੇ ਹਨ, ਤੇ ਜਦੋਂ ਹਮਨ ਕਰਦੇ ਨੇ ਬੜੀਆਂ ਲਾਟਾਂ ਨਿਕਲਦੀਆਂ ਹਨ। ਅੰਮ੍ਰਿਤ ਵੇਲੇ ਬੈਠਣ ਕਰੇ, ਅੰਮ੍ਰਿਤ ਵੇਲੇ ਸਤਿਗੁਰੂ ਇਸ਼ਨਾਨ ਪਾਨ ਕਰਕੇ ਆਪਣਾ ਨਿਤਨੇਮ ਕਰਕੇ ਬੈਠ ਜਾਂਦੇ ਹਨ। ਸੰਧਿਆ ਲਗ ਇੱਕ ਸਮਹੀ ਫਿਰੇ, ਸੰਧਿਆ ਤੱਕ ਉਸੇ ਤਰ੍ਹਾਂ ਬੈਠੇ ਰਹੇ ਹਨ। ਸਰਬ ਨਿਸ਼ਾ ਪੁਨ ਪਠਦੇ ਰਹੇ, ਸਾਰੀ ਰਾਤ ਫਿਰ ਮਹਾਰਾਜ ਮੰਤਰ ਪੜ੍ਹਦੇ ਰਹੇ ਹਨ। ਅਗਲੇ ਦਿਵਸ ਹਮਨ ਹੀ ਚਾਹੇ, ਅਗਲੇ ਦਿਨ ਵੀ ਹਮਨ ਹੀ ਕਰਦੇ ਰਹੇ ਹਨ, ਯਾਨੀ 2 ਦਿਨ ਤੇ 1 ਰਾਤ। ਇਹ ਲਗਾਤਾਰ ਦੀ ਸਾਧਨਾ ਹੁਣ ਕਰ ਦਿੱਤੀ ਹੈ। ਸੰਧਿਆ ਦਿੱਤੀ ਹੋਏ ਤਬ ਹਟੈ, ਜਦੋਂ ਦੂਸਰੀ ਸ਼ਾਮ ਹੁੰਦੀ ਹੈ ਉਦੋਂ ਹਟਦੇ ਹਨ, ਯਾਨੀ ਅੱਜ ਸਵੇਰ ਦੇ ਬੈਠੇ, ਰਾਤ ਵੀ ਲੰਘ ਗਈ ਤੇ ਅਗਲਾ ਦਿਨ ਵੀ ਲੰਘ ਗਿਆ, ਤੇ ਅਗਲੀ ਸ਼ਾਮ ਨੂੰ ਜਾ ਕੇ ਉੱਠੇ ਹਨ 36 ਘੰਟਿਆਂ ਪਿੱਛੋਂ। ਦਵਾਦਸ਼ ਪਹਿਰ ਮੰਤਰ ਹੀ ਰਟੈ, 12 ਪਹਿਰ ਮੰਤਰ ਜਾਪ ਅਖੰਡ ਕਰਨਾ ਸ਼ੁਰੂ ਕਰ ਦਿੱਤਾ ਹੈ। ਲਗਾਤਾਰ ਜਿਹਾ ਭੋਜਨ ਛਕਦੇ ਹਨ, ਸਿਰਫ ਐਵੇਂ ਨਾਮ ਮਾਤਰ ਭੋਜਨ ਲੈਣ ਲੱਗ ਪਏ ਹਨ। ਆਪਣੇ ਸਰੀਰ ਦੀ ਖੁਰਾਕ ਬਹੁਤ ਜ਼ਿਆਦਾ ਸੰਕੋਚ ਲਈ ਹੈ, ਇੰਦਰਾ ਅਲਪ ਭੂਮ ਪਰ ਥਿਰੈ, ਔਰ ਧਰਤੀ ਤੇ ਹੀ ਸੌਂਦੇ ਹਨ, ਬਹੁਤ ਘੱਟ ਆਰਾਮ ਕਰਦੇ ਹਨ। 1 ਪਹਿਰ, ਸਵਾ ਪਹਿਰ ਹੱਦ ਮਹਾਰਾਜ ਆਰਾਮ ਕਰਦੇ 24 ਘੰਟਿਆਂ ਵਿੱਚੋਂ। ਤੁਰ ਪਹਿਰ ਵਿਸ਼ਰਾਮ ਕਰਨ ਤੇ, 4 ਪਹਿਰ ਫਿਰ ਸੱਚੇ ਪਾਤਸ਼ਾਹ ਰਾਤ ਦਾ ਆਰਾਮ ਕਰਨ ਤੋਂ ਬਾਅਦ ਅੰਮ੍ਰਿਤ ਵੇਲੇ ਉੱਠ ਪਠਨ ਤੇ, ਅਗਲੇ ਦਿਨ ਅੰਮ੍ਰਿਤ ਵੇਲੇ ਫਿਰ ਉੱਠ ਕੇ ਬਾਣੀ ਪੜ੍ਹਨ ਲੱਗ ਜਾਂਦੇ ਹਨ। ਆਪਣਾ ਜਿਹੜਾ ਮੰਤਰ ਜਾਪ ਹੈ ਚੰਡਕਾ ਦਾ, ਅਚਕੜਾ ਛੰਦ ਹੈ, ਮੋਹਣੀ ਛੰਦ ਹੈ। ਇਸੇ ਤਰ੍ਹਾਂ 10ਵੇਂ ਗੁਰੂ ਗ੍ਰੰਥ ਸਾਹਿਬ ਵਿੱਚ ਬਹੁਤ ਬਾਣੀ ਚੰਡੀ ਦੀ ਉਸਤਤ ਵਿੱਚ ਹੀ ਆਉਂਦੀ ਹੈ। ਉਹਦੇ ਵਿੱਚ ਜਿਹੜੇ ਮੰਤਰ ਆਉਂਦੇ ਹਨ, ਉਹਨਾਂ ਦਾ ਅਖੰਡ ਜਾਪ ਸਤਿਗੁਰੂ ਜੀ ਕਰਦੇ ਹਨ। ਤਿਨਹੀ ਹਮਨ ਅਗਨ ਮਦ ਕਰੈ, ਅਗਨੀ ਦੇ ਵਿੱਚ ਹਮਨ ਕਰੀ ਜਾਂਦੇ, ਆਹੂਤੀਆਂ ਪਾਈ ਜਾਂਦੇ ਹਨ। ਚਰੀ ਸੋ ਕਰ ਪੰਕਜ ਮੋਹ ਧਰੈ, ਔਰ ਸਾਧ ਸੰਗਤ ਜੀ ਮਹਾਰਾਜ ਚਰੂ ਕਰਕੇ, ਚਰੂ ਕਹਿੰਦੇ ਆ ਜਿਹੜੀ ਉਹ ਆਹੂਤੀ ਪਾਣੀ ਹੁੰਦੀ ਹੈ ਨਾ, ਉਹਦਾ ਪ੍ਰਮਾਣ ਬੰਨਿਆ ਹੁੰਦਾ ਵੀ ਇੰਨੀ ਪਾਣੀ ਹੈ। ਕੜਛੀ ਜਿਹੜੀ ਹੈ ਉਹ ਲੱਕੜ ਦੇ ਸਰੋਏ ਬਣੇ ਹੁੰਦੇ ਹਨ, ਚਮਚੇ ਆਪਾਂ ਚਮਚਾ ਕਹਿੰਦੇ ਆ, ਕੜਛੀ ਕਹਿੰਦੇ ਆ,
ਵੈਦਿਕ ਭਾਸ਼ਾ 'ਚ ਉਹਨੂੰ ਸਰੋਇਆ ਕਹਿੰਦੇ ਹਨ। ਇੱਕ ਚਮਚਾ ਇੱਕ ਸਰੋਆ ਭਰ ਕੇ ਜਿੰਨਾ ਪੈਣਾ ਉਤਨਾ ਆਹੂਤੀ 'ਚ ਪਾਉਂਦੇ ਹਨ। द्वादश पहर होम आरंभा 12 ਪਹਿਰ ਦਾ ਹਵਨ ਆਰੰਭ ਕਰ ਦਿੱਤਾ ਹੈ। ਹੁਣ ਪਹਿਲਾਂ 5 ਪਹਿਰਾਂ ਦਾ ਕੀਤਾ ਸੀ, ਯਾਨੀ 15 ਘੰਟਿਆਂ ਦਾ, ਫਿਰ ਘਟਾ ਦਿੱਤਾ, ਫਿਰ ਕਰ ਦਿੱਤਾ ਸਿਰਫ ਸਵਾ ਪਹਿਰ ਰੋਜ਼। ਹੁਣ 12 ਪਹਿਰ ਦਾ ਆਰੰਭ ਕਰ ਦਿੱਤਾ ਹੈ। सकल विलोकत भये अचंभा ਸਭ ਦੁਨੀਆ ਦੇਖ ਕੇ ਹੈਰਾਨ ਹੋ ਗਈ। ਗੁਰੂ ਘਰ ਦੇ ਮਸੰਦ, ਗੁਰੂ ਘਰ ਦੇ ਮੁਖੀਏ ਸਿੱਖ ਅਤੇ ਗੁਰੂ ਦੀਆਂ ਸੰਗਤਾਂ ਵਿੱਚ ਵੀ ਬੜੀ ਜ਼ਿਆਦਾ ਇਸ ਗੱਲ ਦੀ ਚਰਚਾ ਹੋਣ ਲੱਗੀ। ਇਹ ਬੜੀ ਹੈਰਾਨੀ ਵਾਲੀ ਗੱਲ ਹੈ। ਸਤਿਗੁਰੂ ਇਤਨਾ ਕਠਿਨ ਤਪ ਕਰ ਰਹੇ ਹਨ। ਮਹਾ ਉਗਰ ਤਪ ਤਾਪਨ ਕਰਹੀ ਇਹ ਬੜਾ ਉਗਰ ਤਪ ਹੈ, ਬੜਾ ਔਖਾ ਤਪ ਹੈ ਜਿਹੜਾ ਸਤਿਗੁਰੂ ਤਪ ਰਹੇ ਹਨ। ਰਹਿਣ ਦੀ ਨਾ ਮਨ ਧਿਆਨ ਸੋ ਧਰਹੀ ਦਿਨ ਰਾਤ ਜਗਤ ਮਾਤ ਚੰਡਕਾ ਦਾ ਹੀ ਧਿਆਨ ਧਰਦੇ ਹਨ। ਹੋਰ ਪਾਸੇ ਕਿਤੇ ਬਿਰਤੀ ਨਹੀਂ ਜਾਂਦੀ। ਮੈਂ ਨਾ ਗਣੇਸ਼ਾ ਪ੍ਰਥਮ ਮਨਾਉ, ਕਿਸ਼ਨ ਬਿਸ਼ਨ ਕਬੂ ਨ ਧਿਆਉ, ਕਾਨ ਸੁਨੇ ਪਹਿਚਾਨ ਨ 300, ਲਿਵ ਲਾਗੀ ਮੋਰੀ ਪਗ 100। ਇਸ ਤਰ੍ਹਾਂ ਅਕਾਲ ਪੁਰਖ ਦੀ ਜਗਤ ਮਾਤ ਚੰਡਕਾ ਦੇ ਧਿਆਨ ਵਿੱਚ ਮਗਨ ਰਹਿੰਦੇ ਹਨ। ਚਤੁਰਭੁਜੀ ਮੈਂ ਬੁੱਤ ਠਹਿਰਾਈ ਉਹ ਚਤੁਰਭੁਜੀ ਜਿਹਦਾ ਚਾਰੇ ਪਾਸੇ ਬਲ ਹੈ, ਸ਼ਕਤੀ ਹੈ, ਉਹਦੇ ਵਿੱਚ ਆਪਣੀ ਬਿਰਤੀ ਨੂੰ ਸਮਾਹਿਤ ਕਰ ਲਿਆ ਹੈ, ਜੋੜ ਲਿਆ ਹੈ। ਇਹ ਇੱਕ ਰੂਪ ਨਾ ਅੰਤਰ ਰਾਈ ਹੁਣ ਜਗਤ ਮਾਤ ਚੰਡਕਾ ਦੇ ਧਿਆਨ ਵਿੱਚ ਇਤਨੇ ਮਗਨ ਹੋ ਗਏ ਹਨ ਕਿ ਤੋਈ ਮੋਈ ਮੋਈ ਤੋਈ ਅੰਤਰ ਕੈਸਾ। ਸਾਰੇ ਭਰਮ ਭੇਦ ਭੁਲੇਖੇ ਮਿਟ ਗਏ ਹਨ। ਧਿਆਨ ਦੇ ਵਿੱਚ ਪ੍ਰਮਾਤਮਾ ਦੀ ਉਹ ਸ਼ਕਤੀ, ਅਖੰਡ ਸ਼ਕਤੀ ਲਗਾਤਾਰ ਵਰਤਣ ਲੱਗੀ ਹੈ। ਕੇਤਕ ਦਿਨ ਇਸ ਬਿਦ ਕੋ ਕਰ ਕੈ ਕਈ ਦਿਨ ਲਗਾਤਾਰ ਇਸ ਤਰ੍ਹਾਂ ਦਾ ਕਠਿਨ ਤਪ ਕੀਤਾ ਹੈ। 36 ਘੰਟੇ ਦਾ ਚੌਂਕੜਾ ਬਣ ਗਿਆ ਹੈ। ਕਰਤ ਪ੍ਰਸੰਨ ਚੰਡ ਹਿਤ ਧਰ ਕੈ ਜਗਤ ਮਾਤ ਚੰਡਕਾ ਦੀ ਪ੍ਰਸੰਨਤਾ ਦੇ ਲਈ ਇਹ ਖੁਸ਼ੀ ਦੇ ਨਾਲ ਮਹਾਰਾਜ ਸਾਧਨਾ ਕਰ ਰਹੇ ਨੇ। ਕਿਸੇ ਦੇ ਦਬਾਅ ਹੇਠ ਨਹੀਂ ਕਰ ਰਹੇ, ਕਿਸੇ ਦੁਨਿਆਵੀ ਲਾਲਚ ਵਾਸਤੇ ਨਹੀਂ ਕਰ ਰਹੇ, ਬਲਕਿ ਇੱਕੋ ਹੀ ਲਾਲਚ ਹੈ ਕਿ ਜਬ ਆਪ ਕੀ ਔਦ ਨਿਦਾਨ ਬਣੈ ਅਤ ਹੀ ਰਣ ਮੈਂ ਤਬ ਜੂਝ ਮਰੋ। ਇਹੀ ਇੱਛਾ ਲੈ ਕੇ ਆਪ ਜਗਤ ਮਾਤ ਚੰਡਕਾ ਦਾ ਧਿਆਨ ਧਰਦੇ ਹਨ। ਗੁਣ ਗੁਰ ਅਪਰ ਨੇਮ ਕੋ ਲਾਗੇ ਇਹ ਹੁਣ ਕੁਝ ਦਿਨਾਂ ਬਾਅਦ ਮਹਾਰਾਜ ਨੇਮ ਹੋਰ ਕਰ ਦਿੱਤਾ ਹੈ। ਸਵਾ ਜਾਮ ਜਾਮਨ ਤੇ ਜਾਗੇ ਸਵਾ ਪਹਿਰ ਰਾਤ ਰਹਿੰਦੀ ਜਾਗ ਪੈਂਦੇ ਹਨ। 2:30 ਵਜੇ ਅੰਮ੍ਰਿਤ ਵੇਲੇ ਉੱਠ ਕੇ ਵੈ ਘਟਕਾ ਮਹਿ ਸੋਚ ਸਨਨ 2 ਘੜੀਆਂ 'ਚ ਆਪਣਾ ਸੌਚ ਇਸ਼ਨਾਨ ਕਰ ਲੈਂਦੇ ਆ। ਪੌਣਾ ਕੁ ਘੰਟਾ ਲੱਗਦਾ ਹੈ ਸਾਰੀ ਸਰੀਰ ਦੀ ਕਿਰਿਆ ਕਰਨ ਲੱਗਿਆਂ। ਜਾਮ ਰਹੀ ਤੇ ਹੋਮਨ ਠਾਨ ਤੇ ਜਦੋਂ ਪਹਿਰ ਰਾਤ ਰਹਿ ਜਾਂਦੀ, ਯਾਨੀ ਸਵੇਰ ਦੇ ਕੋਈ 3:30 4 ਵੱਜਦੇ ਨੇ, ਫਿਰ ਹਵਨ ਸ਼ੁਰੂ ਕਰ ਦਿੰਦੇ ਨੇ। ਅੰਮ੍ਰਿਤ ਵੇਲੇ ਹੀ ਕਰ ਦਿੰਦੇ ਨੇ। ਸਵਾ ਜਾਮ ਦਿਨ ਆਵਹਿ ਜਾਵਤ ਹੁਣ ਜਿੰਨਾ ਚਿਰ ਸਵਾ ਪਹਿਰ ਦਿਨ ਚੜ੍ਹਦਾ ਨਹੀਂ, ਯਾਨੀ ਸਵਾ ਪਹਿਰ ਰਾਤ ਰਹਿੰਦੀ ਤੋਂ ਲੱਗੇ ਨੇ ਤੇ ਸਵਾ ਪਹਿਰ ਦਿਨ ਚੜ੍ਹ ਗਿਆ, ਦਿਨ ਦੇ 11 ਵੱਜ ਗਏ ਨੇ। ਬੈਠੇ ਰਹਿ ਏਕ ਰਸ ਤਾਵਦ ਇਹ 6 ਘੰਟੇ ਹੁਣ ਮਹਾਰਾਜ ਲਗਾਤਾਰ ਇੱਕ ਰਸ ਬੈਠੇ ਰਹਿੰਦੇ। ਇਹ ਮਹਾਰਾਜ ਨੇ ਨੇਮ ਬਦਲ ਕੇ ਪ੍ਰਯੋਗ ਕੀਤਾ। ਪਹਿਲਾਂ 15 ਪਹਿਰਾਂ ਤੋਂ 15 ਘੰਟਿਆਂ 'ਚ 5 ਪਹਿਰਾਂ ਦਾ, ਫਿਰ ਪੌਣੇ 4 ਘੰਟੇ ਯਾਨੀ ਸਵਾ ਪਹਿਰ ਦਾ, ਫਿਰ 12 ਪਹਿਰ ਯਾਨੀ 36 ਘੰਟੇ। ਹੁਣ ਫਿਰ 2 ਪਹਿਰ ਦਾ ਕਰ ਦਿੱਤਾ ਹੈ। ਸਵਾ ਪਹਿਰ ਰਾਤ ਰਹਿੰਦੀ ਅੰਮ੍ਰਿਤ ਵੇਲੇ, ਯਾਨੀ 4 ਵਜੇ 3 ਵਜੇ ਸ਼ੁਰੂ ਹੋ ਜਾਣਾ ਤੇ ਦਿਨ ਸਵਾ ਪਹਿਰ ਚੜ੍ਹੇਗਾ, ਉਹਨਾਂ ਚਿਰ ਜਾਪ ਕਰੀ ਜਾਣਾ, ਯਾਨੀ 6-7 ਘੰਟੇ ਲਗਾਤਾਰ ਹੁਣ ਫਿਰ ਜਾਪ ਕਰਦੇ ਨੇ। ਗਿਰ ਪਰ ਹੀ ਬਾਸਾ ਬਹੁ ਕਰੇ ਜ਼ਿਆਦਾਤਰ ਪਹਾੜ ਉੱਤੇ ਹੀ ਰਾਤ ਆਰਾਮ ਕਰਦੇ ਨੇ, ਉੱਥੇ ਹੀ ਰਹਿੰਦੇ ਨੇ। ਆਏ ਕਦਾਚਿਤ ਆਨੰਦਪੁਰੇ ਆਨੰਦਪੁਰ ਸਾਹਿਬ ਕਦੀ ਗੇੜਾ ਮਾਰਨ ਸੰਗਤਾਂ ਨੂੰ ਦਰਸ਼ਨ ਦੇਣ ਆ ਜਾਂਦੇ ਨੇ। ਪੂਰਬ ਦੇਸ਼ ਆਦ ਬੰਗਾਲਾ ਬੰਗਾਲ, ਬੰਗਲਾਦੇਸ਼ ਜਿਹੜੇ ਪੂਰਬ ਦੇ ਦੇਸ਼ ਹਨ, ਉਤ ਕੀ ਸੰਗਤ ਮੇਲ ਬਿਸਾਲਾ ਉਧਰੋਂ ਦੀ ਸੰਗਤ ਇਕੱਠੀ ਹੋ ਕੇ ਮਿਲ ਕੇ ਜੁੜ ਕੇ ਆਈ ਹੈ। ਬਿਹਾਰ, ਪਟਨਾ ਸਾਹਿਬ, ਇੱਧਰ ਸਾਧ ਸੰਗਤ ਜੀ ਬਹੁਤ ਸਾਰੇ ਸ਼ਹਿਰਾਂ ਵਿੱਚ ਸਿੱਖੀ ਇਕੱਠੀ ਹੈ ਗੁਰੂ ਕੀ। ਲਖਨਊ ਵਿੱਚ, ਅਯੁੱਧਿਆ ਵਿੱਚ, ਪ੍ਰਯਾਗਰਾਜ, ਕਾਂਸ਼ੀ, ਪਟਨਾ, ਮੁੰਗੇਰ, ਇਹ ਜਿਹੜੇ ਪੂਰਬ 'ਚ ਸ਼ਹਿਰ ਹਨ, ਜੌਨਪੁਰ,
ਇਧਰੋਂ ਸੰਗਤਾਂ ਬਹੁਤ ਚੱਲ ਕੇ ਆਉਂਦੀਆਂ ਹਨ। ਬ੍ਰਹਮਪੁੱਤਰ ਲਗ ਢਾਕਾ ਆਦ, ਬ੍ਰਹਮਪੁੱਤਰ ਦਰਿਆ ਢਾਕਾ ਬੰਗਲਾਦੇਸ਼ ਤੱਕ, ਪਟਨਾ ਆਰੇ ਮਕਸੂਦਾਬਾਦ, ਪਟਨਾ ਸਾਹਿਬ ਤੇ ਮਕਸੂਦਾਬਾਦ ਦਰਸ਼ਨ ਹੇਤ ਆਨੰਦਪੁਰ ਆਏ। ਸੰਗਤਾਂ ਚੱਲ ਕੇ ਦਰਸ਼ਨਾਂ ਲਈ ਆਨੰਦਪੁਰ ਸਾਹਿਬ ਆਈਆਂ ਨੇ। ਅਨਕ ਅਕੋਰਨ ਅਰਪਣ ਲਿਆਏ, ਅਨੇਕਾਂ ਪ੍ਰਕਾਰ ਦੀਆਂ ਭੇਟਾਵਾਂ ਲੈ ਕੇ ਆਏ ਨੇ। ਆਨੰਦਪੁਰ ਡੇਰਾ ਕੀਨਾ, ਆ ਕੇ ਆਨੰਦਪੁਰ ਸਾਹਿਬ ਡੇਰਾ ਕੀਤਾ ਹੈ। ਸਿੱਖ ਹਜ਼ਾरों ਵੱਡੇ ਪ੍ਰਵੀਨਾ, ਹਜ਼ਾਰਾਂ ਸਿੱਖ ਬੜੇ ਸਿਆਣੇ ਸਿਆਣੇ ਆਏ ਹਨ। ਸੁਨਿਓ ਸਭਨ ਸਤਿਗੁਰ ਗਿਰ ਪਰ ਹੈ। ਜਦੋਂ ਇਹਨਾਂ ਸਿੱਖਾਂ ਨੂੰ ਪਤਾ ਲੱਗਾ ਵੀ ਗੁਰੂ ਜੀ ਤਾਂ ਉੱਤੇ ਨੈਣਾ ਦੇਵੀ ਦੇ ਪਹਾੜ ਤੇ ਹਮਨ ਕਰ ਰਹੇ ਹਨ, ਜਗਦੰਬਾ ਕੋ ਪੂਜਨ ਕਰ ਹੈ, ਜਗਤ ਮਾਤ ਚੰਡਕਾ ਦੀ ਪੂਜਾ ਵਿੱਚ ਲੀਨ ਹਨ, ਲਇਓ ਮਸੰਦ ਸੰਗ ਤਬ ਸੰਗਤ, ਤਾਂ ਸਾਰੀ ਜਿਹੜੀ ਸੰਗਤ ਬੰਗਲਾਦੇਸ਼ ਵੱਲੋਂ, ਪਟਨੇ ਬਿਹਾਰ ਵੱਲੋਂ, ਮੁੰਗੇਰ ਵੱਲੋਂ, ਜੌਨਪੁਰ ਵੱਲੋਂ ਸਾਰੀ ਇਕੱਠੀ ਹੋਈ ਸੀ। ਇਹ ਸਾਰੀ ਪੂਰਬ ਦੀ ਸੰਗਤ ਨੇ ਮਸੰਦਾਂ ਨੂੰ ਨਾਲ ਲੈ ਲਿਆ। ਦਰਸ਼ਨ ਚਹਿ ਪ੍ਰੇਮ ਮਨ ਰੰਗਤ, ਮਹਾਰਾਜ ਦੇ ਦਰਸ਼ਨਾਂ ਦੀ ਪ੍ਰੇਮ ਭਾਵਨਾ ਲੈ ਕੇ ਵੀ ਛੇਤੀ ਦਰਸ਼ਨ ਕਰੀਏ ਸਤਿਗੁਰਾਂ ਦੇ। ਕੈ ਸਕਾਈ ਚਲ ਕੈ ਤਿਸ ਥਾਨਾ, ਆਨੰਦਪੁਰ ਸਾਹਿਬ ਤੋਂ ਦਰਸ਼ਨ ਮੇਲੇ ਕਰਕੇ ਨੈਣਾ ਦੇਵੀ ਦੇ ਪਹਾੜ ਨੂੰ ਚੱਲ ਪਏ ਹਨ, ਜਹਾਂ ਵਿਰਾਜਤ ਕਿਰਪਾ ਨਿਧਾਨਾ, ਜਿੱਥੇ ਕਿਰਪਾ ਦੇ ਸਾਗਰ 10ਵੇਂ ਪਾਤਸ਼ਾਹ ਜੀ ਬਿਰਾਜਮਾਨ ਹਨ। ਮੰਤਰ ਪਾਠ ਕਰ ਲੀਨ ਹਮਨ ਜਗ, ਉੱਥੇ ਮਹਾਰਾਜ ਮੰਤਰ ਪਾਠ ਕਰ ਰਹੇ ਨੇ, ਹਮਨ ਕਰ ਰਹੇ ਨੇ, ਜਗ ਹੋ ਰਿਹਾ ਹੈ। ਉਠੇ ਭਵਨ ਤੇ ਆਨ ਪ੍ਰਭੂ ਤਬ, ਮਹਾਰਾਜ ਆਪਣਾ ਨਿਤਨੇਮ ਰੋਜ਼ ਦਾ ਜਿਹੜਾ 6 ਘੰਟਿਆਂ ਦਾ ਸੀ ਉਹ ਕਰਕੇ ਬਾਹਰ ਨਿਕਲੇ ਨੇ। ਨਾਨਾ ਚਿਤਰਤ ਫਰਸ਼ ਮਹਾਨਾ, ਉੱਥੇ ਬੜੇ ਬੜੇ ਸੋਹਣੇ ਚਿੱਤਰਕਾਰੀ ਕੀਤੇ ਹੋਏ ਸੁੰਦਰ ਫਰਸ਼ ਵਿਛਾਏ ਗਏ ਨੇ। ਬੈਠ ਵਿਰਾਜਤ ਭੇਤ ਸਥਾਨਾ, ਮਹਾਰਾਜ ਉੱਤੇ ਹੀ ਦੀਵਾਨ ਸਜਾ ਲਿਆ, ਨੈਣਾ ਦੇਵੀ ਦੇ ਪਹਾੜ ਉੱਤੇ ਵਿਰਾਜੇ ਨੇ। ਮਨ ਭਇਓ ਸੰਗਤ ਜਬ ਆਵੈ, ਜਦੋਂ ਹਮਨ ਹੋਣ ਲੱਗ ਪਿਆ ਹੈ ਤੇ ਸੰਗਤ ਗੁਰੂ ਕੀ ਆਉਣ ਲੱਗ ਪਈ ਹੈ, ਮਨੋ ਕਾਮਨਾ ਦਰਸ਼ਨ ਪਾਵੈ, ਔਰ ਸਾਧ ਸੰਗਤ ਜੀ ਸਭ ਦੀਆਂ ਮਨੋਕਾਮਨਾ ਪੂਰੀਆਂ ਹੋਣ ਲੱਗੀਆਂ। ਦਰਸ਼ਨ ਉੱਥੇ ਸੰਗਤਾਂ ਮਹਾਰਾਜ ਦੇ ਪ੍ਰਾਪਤ ਕਰ ਰਹੀਆਂ ਨੇ। ਜਾਏ ਮੇਵੜੇ ਤੁਰਤ ਹਕਾਰੇ, ਮੇਵੜੇ ਨੇ ਸਾਰੀ ਸੰਗਤ ਨੂੰ ਬੁਲਾ ਲਿਆ ਵੀ ਆਓ ਮਹਾਰਾਜ ਦਾ ਦਰਬਾਰ ਸਜਿਆ ਭਾਈ, ਜਿਹਨੇ ਦਰਸ਼ਨ ਕਰਨੇ ਆਓ ਦਰਸ਼ਨ ਕਰ ਲਓ। ਸਹਿਤ ਮਸੰਦਨ ਸਿੱਖ ਹਜ਼ਾਰੇ, ਹਜ਼ਾਰਾਂ ਸਿੱਖਾਂ ਦੇ ਸਮੇਤ ਮਸੰਦ ਆਏ ਨੇ ਦਰਸ਼ਨਾਂ ਲਈ। ਹਰਕਤ ਹੋਏ ਕਰ ਅਨਕ ਅਕੋਰ, ਖੁਸ਼ੀ ਖੁਸ਼ੀ ਸੰਗਤ ਨੇ ਮਹਾਰਾਜ ਦੇ ਦਰਸ਼ਨ ਕੀਤੇ ਤੇ ਵਧੀਆ ਵਧੀਆ ਭੇਟਾਵਾਂ ਗੁਰੂ ਦੇ ਚਰਨਾਂ 'ਚ ਰੱਖੀਆਂ ਨੇ। ਆਏ ਸ਼ੀਘਰ ਦਰਸ਼ਨ ਕੀ ਲੋਰ, ਔਰ ਬੜੀ ਸ਼ੀਘਰਤਾ ਦੇ ਨਾਲ ਦਰਸ਼ਨਾਂ ਦੀ ਲੋੜ ਰੱਖਣ ਵਾਲੇ ਸਿੱਖ ਆਏ ਨੇ। ਜੋਰ ਜੋਰ ਕਰ ਪਗ ਸਿਰ ਧਰ ਧਰ, ਔਰ ਹੱਥ ਜੋੜ ਜੋੜ ਕੇ ਚਰਨਾਂ ਤੇ ਮੱਥਾ ਟੇਕਦੇ ਨੇ। ਆਪੈ ਅਗਰ ਬੇਨਤੀ ਕਰ ਕਰ, ਆਪਣੀਆਂ ਪ੍ਰੇਮ ਭੇਟਾਵਾਂ ਜੋ ਪੂਰਬ ਦੀ ਸੰਗਤ ਲੈ ਕੇ ਆਈ ਹੈ ਉਹਨਾਂ ਨੇ ਮਹਾਰਾਜ ਦੇ ਚਰਨਾਂ 'ਚ ਅਰਪਣ ਕੀਤੀਆਂ ਨੇ। ਮਾਲੀ ਪਟਨੇ ਬਸ ਕੀਨ, ਸਾਧ ਸੰਗਤ ਜੀ ਪਟਨੇ ਸਾਹਿਬ ਵਿੱਚ ਰਹਿਣ ਵਾਲਾ ਮਾਲੀ ਵੀ ਆਇਆ ਹੈ। ਬੰਦਤ ਚਰਨ ਦਰਸ਼ਕੋ ਦੀਨ, ਉਸ ਮਾਲੀ ਨੇ ਮਹਾਰਾਜ ਦੇ ਚਰਨਾਂ ਤੇ ਮੱਥਾ ਟੇਕਿਆ ਹੈ, ਦਰਸ਼ਨ ਕੀਤੇ ਹਨ। ਇਸਕੋ ਦੇਖਤ ਪ੍ਰਭੂ ਬਖਾਨਾ, ਉਸ ਮਾਲੀ ਵੱਲ ਵੇਖ ਕੇ ਕਲਗੀਧਰ ਮਹਾਰਾਜ 10ਵੇਂ ਪਾਤਸ਼ਾਹ ਜੀ ਬੋਲੇ ਨੇ। ਕਿਆ ਤੁਮ ਨਿਕਟ ਭੇਤ ਹਿਤ ਆਨਾ, ਮਹਾਰਾਜ ਕਹਿੰਦੇ ਹੈ ਮਾਲੀ ਜੀ ਪਟਨਾ ਸਾਹਿਬ ਤੋਂ ਤੁਸੀਂ ਆਏ ਹੋ, ਦੱਸੋ ਕੀ ਭੇਟਾ ਲੈ ਕੇ ਆਏ ਹੋ, ਕਿਹੜੀ ਭੇਟਾ ਤੁਹਾਡੇ ਕੋਲ ਹੈ। ਮਹਾਰਾਜ ਮੈਂ ਬਾਗ ਲਗਾਇਓ, ਉਹ ਮਾਲੀ ਕਹਿਣ ਲੱਗਾ ਮਹਾਰਾਜ ਮੈਂ ਗਰੀਬ ਮਾਲੀ ਹਾਂ, ਮੈਂ ਇੱਕ ਬੜਾ ਸੋਹਣਾ ਬਾਗ ਲਾਇਆ ਹੈ ਤਰਾਵਰ ਕੇ ਤਰਵਰ ਲਿਆਇਓ, ਤੇ ਮੈਂ ਮਹਾਰਾਜ ਤੁਹਾਡੇ ਵਾਸਤੇ ਇੱਕ ਬੂਟਾ ਲੈ ਕੇ ਆਇਆ ਹਾਂ। ਤਮ ਬਾਡਰ ਸਾਲ ਕੋ ਹੈ, ਤੇ ਇਹ ਬੂਟਾ ਮਹਾਰਾਜ ਬੜਾ ਚੋਣਵਾ ਅੰਬਾਂ ਦਾ ਬੂਟਾ ਹੈ। ਅੰਬ ਦੇ ਬੂਟੇ ਕਈ ਕਿਸਮ ਦੇ ਅੰਬ ਹੁੰਦੇ ਆ ਸਾਧ ਸੰਗਤ ਜੀ, ਆਪ ਜੀ ਨੇ ਦੇਖੇ ਹੋਣੇ। ਅੰਬਾਂ ਦੀ ਕਈ ਕਿਸਮਾਂ ਹਨ। ਕਹਿੰਦਾ ਜਿਹੜਾ ਸਭ ਤੋਂ ਵਧੀਆ ਅੰਬ ਹੁੰਦਾ ਹੈ, ਮਹਿੰਗਾ ਹੁੰਦਾ, ਜਿਹਦੇ ਫਲ ਬੜੇ ਮਿੱਠੇ ਰਸਦਾਇਕ ਹੁੰਦੇ ਹਨ, ਉਹ ਬੂਟਾ ਮਹਾਰਾਜ ਮੈਂ ਤੁਹਾਡੇ ਲਈ ਪਟਨੇ ਸਾਹਿਬ ਤੋਂ ਸਪੈਸ਼ਲ ਤਿਆਰ ਕਰਕੇ ਲਿਆਇਆ ਹਾਂ। ਤੇ ਮੈਂ ਉੱਥੇ ਉਹ ਬੂਟਾ ਲਾਵਾਂਗਾ ਜਿੱਥੇ ਆਪ ਜੀ ਕਹੋਗੇ, ਕਿਉਂਕਿ ਮੇਰਾ ਆਪ ਜੀ ਉੱਤੇ ਪੂਰਨ ਵਿਸ਼ਵਾਸ ਹੈ
ਜਿਹੜੀ ਜਗ੍ਹਾ ਤੁਸੀਂ ਪਸੰਦ ਕਰੋਗੇ ਮਹਾਰਾਜ ਮੈਂ ਅੰਬ ਦਾ ਬੂਟਾ ਉੱਥੇ ਲਾ ਦਿਆਂਗਾ। ਸੁਣ ਸਤਿਗੁਰ ਨੇ ਜੇ ਧਨੁਕ ਸੰਭਾਰਾ। ਇਹ ਸੁਣ ਕੇ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਆਪਣਾ ਤੀਰ ਕਮਾਨ ਚੁੱਕ ਲਿਆ ਚਿੱਤ ਬਹਿ ਬਾਣ ਕੋ ਮਾਰਾ। ਤੇ ਮਹਾਰਾਜ ਕਮਾਨ 'ਚ ਤੀਰ ਚਾੜ ਕੇ ਤੀਰ ਛੱਡਿਆ। ਸਵਾ ਕੋਸ ਪਰ ਉਤਰਿਓ ਜਾਈ। ਉਹ ਤੀਰ ਸਾਧ ਸੰਗਤ ਜੀ ਉੱਡਿਆ ਹਵਾ ਦੇ ਵਿੱਚ ਪੂਰੀ ਰਫ਼ਤਾਰ ਨਾਲ ਗਿਆ ਤੇ ਪਹਾੜ ਤੋਂ ਥੱਲੇ ਸਵਾ ਕੋਹ ਦੀ ਵਾਟ ਤੇ ਜਿੱਥੇ ਮਹਾਰਾਜ ਨੇ ਚਲਾਇਆ ਸੀ ਉਥੋਂ ਸਵਾ ਕੋਹ ਦੀ ਦੂਰੀ ਤੇ ਆ ਕੇ ਡਿੱਗਾ ਹੈ। ਇਤ ਦਿਸ ਤਿਸ ਕੋ ਦੀਨ ਬਤਾਈ। ਜਿੱਧਰ ਉਹ ਤੀਰ ਗਿਆ ਹੈ ਉਧਰ ਕਲਗੀਧਰ ਪਾਤਸ਼ਾਹ ਇਸ਼ਾਰਾ ਕੀਤਾ ਮਾਲੀ ਨੂੰ ਕਹਿਣ ਲੱਗੇ ਸੇਵਕ ਲੇਕਰ ਸੰਗ ਸਿਧਾਏ। ਮਹਾਰਾਜ ਕਹਿੰਦੇ ਉੱਥੇ ਚਲਾ ਜਾ ਜਿੱਥੇ ਸਾਡਾ ਤੀਰ ਗਿਰਿਆ ਨਾ ਉੱਥੇ ਜਾ ਕੇ ਇਹ ਬੂਟਾ ਲਾ ਦੇ। ਨਾਲ ਸੇਵਾਦਾਰਾਂ ਨੂੰ ਭੇਜਿਆ ਵੀ ਜਾਓ ਮਾਲੀ ਦੀ ਸਹਾਇਤਾ ਕਰੋ ਤੀਰ ਲੱਭਣ ਵਿੱਚ। ਵੱਡਿਓ ਤੀਰ ਜਿਹ ਬਾਣ ਦਿਖਾਏ। ਜਿੱਥੇ ਸਾਧ ਸੰਗਤ ਜੀ ਮਹਾਰਾਜ ਦਾ ਤੀਰ ਜਾ ਕੇ ਡਿੱਗਾ ਸੀ ਜ਼ਮੀਨ 'ਚ ਗੱਡ ਗਿਆ ਸੀ ਧੱਸ ਗਿਆ ਸੀ। ਉਹ ਤੀਰ ਦੀ ਬਾਗੜ ਉੱਪਰ ਨਜ਼ਰ ਆ ਰਹੀ ਸੀ ਤੇ ਉਹਦੀ ਮੁਖੀ ਜ਼ਮੀਨ 'ਚ ਧਸੀ ਹੋਈ ਸੀ। ਉਹ ਜਗ੍ਹਾ ਜਾ ਕੇ ਸਿੱਖਾਂ ਨੇ ਮਾਲੀ ਨੂੰ ਦਰਸਾਈ ਹੈ। ਆਰੋਪਣ ਕੀਨ ਸਮਾਲੀ। ਮਾਲੀ ਨੇ ਉੱਥੇ ਜਾ ਕੇ ਉਹ ਜਗ੍ਹਾ ਸਾਫ਼ ਕੀਤੀ ਹੈ ਟੋਆ ਪੁੱਟਿਆ ਹੈ ਪਾਲਾ ਪੁਨ ਭਈ ਵਿਸਾਲੀ। ਤੇ ਉੱਥੇ ਉਹ ਅੰਬ ਦਾ ਬੂਟਾ ਜਿਹੜਾ ਪਟਨੇ ਤੋਂ ਲੈ ਕੇ ਆਇਆ ਸੀ ਉਹਨੇ ਲਾ ਦਿੱਤਾ ਹੈ। ਉਹਦੀ ਫਿਰ ਸੰਗਤਾਂ ਨੇ ਆਪ ਵੀ ਪਾਲਣਾ ਕੀਤੀ ਹੈ। ਉਹਨੂੰ ਸਮੇਂ ਸਿਰ ਪਾਣੀ ਦਿੰਦੇ ਰਹੇ ਖਾਦ ਦਿੰਦੇ ਰਹੇ। ਸਾਧ ਸੰਗਤ ਜੀ ਗੁਰੂਆਂ ਦੇ ਘਰ ਵਿੱਚ ਇਹ ਬੜੀ ਵੱਡੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਹੈ ਵੀ ਗੁਰੂ ਘਰਾਂ ਵਿੱਚ ਦਰਖਤਾਂ ਦਾ ਬੜਾ ਇਤਿਹਾਸ ਆਉਂਦਾ ਹੈ। ਸਤਵੇਂ ਪਾਤਸ਼ਾਹ ਗੁਰੂ ਹਰਿਰਾਏ ਸਾਹਿਬ ਨੇ ਬੜਾ ਸੋਹਣਾ ਬਾਗ ਲਵਾਇਆ ਤੇ ਗੁਰੂ ਹਰਗੋਬਿੰਦ ਸਾਹਿਬ ਨੇ ਬੜਾ ਸੁੰਦਰ ਬਗੀਚਾ ਲਵਾਇਆ। ਫਿਰ ਗੁਰੂ ਕਲਗੀਧਰ ਪਾਤਸ਼ਾਹ ਨੇ ਆਨੰਦਪੁਰ ਸਾਹਿਬ ਸ਼ਹੀਦੀ ਬਾਗ ਵਿੱਚ ਵੰਨ ਸਵੰਨੇ ਬੂਟੇ ਲਵਾਏ। ਇਸੇ ਤਰ੍ਹਾਂ ਸਾਧ ਸੰਗਤ ਜੀ ਬਾਕੀ ਗੁਰੂ ਸਾਹਿਬਾਂ ਦੇ ਦਰਖਤ ਨਿਸ਼ਾਨੀਆਂ ਸੰਭਵ ਹੈ। ਅੱਜ ਡਾਕਟਰ ਮੈਡੀਕਲ ਸਾਇੰਸ ਵਾਲੇ ਵੀ ਔਰ ਦੂਸਰੇ ਸਾਇੰਸਦਾਨ ਵੀ ਇਹ ਸਾਰੇ ਕਹਿ ਰਹੇ ਨੇ ਵੀ ਪੰਜਾਬ ਦੇ ਵਿੱਚ ਜਿੰਨੀ ਛੇਤੀ ਹੋ ਸਕੇ ਬੂਟੇ ਲਾਣੇ ਚਾਹੀਦੇ ਹੈ। ਸਾਧ ਸੰਗਤ ਜੀ ਸਾਨੂੰ ਗੁਰੂਆਂ ਦੇ ਨਾਂ ਤੇ ਸ਼ਹੀਦਾਂ ਸਿੰਘਾਂ ਦੇ ਨਾਂ ਤੇ ਆਪਣੇ ਬਜ਼ੁਰਗਾਂ ਦੇ ਨਾਂ ਤੇ ਬੂਟੇ ਲਾਣੇ ਚਾਹੀਦੇ ਹੈ ਤਾਂ ਕਿ ਆਉਣ ਵਾਲੀ ਸਾਡੀ ਪੀੜ੍ਹੀ 100-200 ਸਾਲ ਹੋਰ ਧਰਮ ਨਾਲ ਵੀ ਜੁੜੀ ਰਹੇ ਅਤੇ ਇਸ ਦੇਸ਼ ਦਾ ਧਰਤੀ ਦਾ ਵਾਤਾਵਰਣ ਵੀ ਸ਼ੁੱਧ ਰਹੇ। ਜੇ ਅਸੀਂ ਵਾਤਾਵਰਣ ਖਰਾਬ ਕਰ ਲਵਾਂਗੇ ਤਾਂ ਬੜਾ ਵੱਡਾ ਨੁਕਸਾਨ ਹੋਵੇਗਾ। ਮਹਾਰਾਜ ਨੇ ਜਿੱਥੇ ਤੀਰ ਮਾਰਿਆ ਸੀ ਮਾਲੀ ਨੇ ਉੱਥੇ ਜਾ ਕੇ ਅੰਬ ਦਾ ਬੂਟਾ ਲਾ ਦਿੱਤਾ ਹੈ। ਅਵਲੋ ਖਰਿਓ ਸੁਨਿਓ ਹਮ ਜੋਏ। ਕਵੀ ਜੀ ਕਹਿੰਦੇ ਆ ਉਹ ਬੂਟਾ ਅੱਜ ਤਾਈਂ ਖੜਾ ਹੋਇਆ ਹੈ। ਕਹਿੰਦੇ ਅਸੀਂ ਸੁਣਿਆ ਹੈ ਲੋਚਨ ਤੇ ਦੇਖਿਓ ਸੋਏ। ਪਰ ਕਵੀ ਜੀ ਕਹਿੰਦੇ ਆਪ ਮੈਂ ਅੱਖਾਂ ਨਾਲ ਉਹ ਬੂਟੇ ਦੇ ਦਰਸ਼ਨ ਨਹੀਂ ਕਰ ਸਕਿਆ। ਭਾਈ ਸੰਤੋਖ ਸਿੰਘ ਜੀ ਬੜੀ ਇਮਾਨਦਾਰੀ ਨਾਲ ਗੱਲ ਕਰਦੇ। ਜਿਹੜੀ ਚੀਜ਼ ਦੇਖੀ ਹੁੰਦੀ ਹੈ ਉਹਦਾ ਕਹਿੰਦੇ ਉਹ ਅਸਥਾਨ ਉਹ ਦਰਖਤ ਉਹ ਬੌਲੀ ਉਹ ਖੂਹ ਮੈਂ ਆਪਣੀਆਂ ਅੱਖਾਂ ਨਾਲ ਦੇਖਿਆ ਹੈ। ਜਿਹੜਾ ਨਹੀਂ ਦਰਸ਼ਨ ਕੀਤਾ ਹੁੰਦਾ ਸੁਣਿਆ ਹੁੰਦਾ ਉਹ ਲਿਖ ਦਿੰਦੇ ਆ ਵੀ ਅਸੀਂ ਸੁਣਿਆ ਹੈ ਵੀ ਅਜੇ ਤੱਕ ਅੰਬ ਦਾ ਬੂਟਾ ਮਾਲੀ ਦਾ ਲਾਇਆ ਹੋਇਆ ਮੌਜੂਦ ਹੈ ਤੇ ਗੁਰੂ ਕੀਆਂ ਸੰਗਤਾਂ ਜਾ ਕੇ ਦਰਸ਼ਨ ਕਰਦੀਆਂ ਨੇ। ਸਭ ਸੰਗਤ ਕੋ ਖੁਸ਼ੀ ਵਿਸਾਲਾ। ਤੇ ਪਟਨੇ ਬਿਹਾਰ ਬੰਗਲਾਦੇਸ਼ ਵੱਲੋਂ ਆਈ ਹੋਈ ਸੰਗਤ ਤੇ ਮਹਾਰਾਜ ਬੜੀ ਖੁਸ਼ੀ ਕੀਤੀ ਹੈ। ਗੁਰਗਰਤ ਭਏ ਤਿਸ ਕਾਲਾ। ਉਹ ਜੋ ਸੰਗਤ ਦੂਰ ਦੇਸ਼ ਤੋਂ ਚੱਲ ਕੇ ਆਈ ਸੀ ਉਹਨਾਂ ਤੇ ਮਹਾਰਾਜ ਨੇ ਮਿਹਰ ਦੀ ਦ੍ਰਿਸ਼ਟੀ ਪਾਈ ਹੈ। ਯਥਾਯੋਗ ਦੇ ਸਿਰ ਪਾਉ। ਯਥਾਯੋਗ ਸਾਰਿਆਂ ਨੂੰ ਸਰੋਪੇ ਦੇ ਕੇ ਵਿਦਾ ਕੀਤਾ ਹੈ। ਕਾਮਨਾ ਭਏ ਵਿਦਾਉ। ਔਰ ਮਹਾਰਾਜ ਤੋਂ ਮਨੋ ਕਾਮਨਾ ਪੂਰੀਆਂ ਕਰਾ ਕੇ ਵਿਦਾ ਹੋਏ ਹਨ। ਹੋਏ ਨਿਹਾਲ ਸੁਜਸ ਕੋ ਕਰਤੇ। ਮਹਾਰਾਜ ਦਾ ਜਸ ਕਰਦੇ ਜਾ ਰਹੇ ਨੇ ਨਿਹਾਲ ਹੋ ਗਏ ਨੇ ਸਿੱਖ। ਦੂਣ ਚੋਣ ਭਾਉ ਕੋ ਧਰਤੇ। ਦੂਣਾ ਚੋਣਾ ਪ੍ਰੇਮ ਰੱਖਦੇ ਨੇ। ਅਜਕ ਆਨੰਦਤ ਸਦਨ ਸਿਧਾਰੇ। ਔਰ ਬੜੀ ਖੁਸ਼ੀ ਨਾਲ ਬੜੀ ਪ੍ਰਸੰਨਤਾ ਦੇ ਨਾਲ ਆਪਣੇ ਆਪਣੇ ਦੇਸ਼ਾਂ ਨੂੰ ਪਿੰਡਾਂ ਸ਼ਹਿਰਾਂ ਨਗਰਾਂ ਨੂੰ ਘਰਾਂ ਨੂੰ ਵਾਪਸ ਗਏ ਨੇ। ਗੁਰੂ ਬਿਰਤਾਂਤ ਉਚਾਰੇ। ਜਿੱਥੇ ਵੀ ਜਾਂਦੇ ਨੇ ਸਿੱਖ ਗੁਰੂ ਦੀ ਗੱਲ ਸੰਗਤਾਂ ਨੂੰ ਦੱਸਦੇ ਨੇ ਗੁਰੂ ਦੀ ਮੱਤ ਦਾ ਪ੍ਰਚਾਰ ਕਰਦੇ ਨੇ। ਇਹ ਪ੍ਰਚਾਰ ਜਾ ਕੇ ਪੂਰਬ ਦੇਸ਼ ਵਿੱਚ ਸਿੱਖਾਂ ਨੇ ਕੀਤਾ ਹੈ। ਭਾਈ ਘਬਰਾਓ ਨਾ ਹੁਣ ਤੁਹਾਡੇ ਹਿੰਦੂ ਧਰਮ ਨੂੰ ਕੋਈ ਖਤਰਾ ਨਹੀਂ ਰਿਹਾ ਕਿਉਂਕਿ ਤੁਹਾਡੇ ਧਰਮ ਦੇ ਰਾਖੇ ਕਲਗੀਧਰ ਪਾਤਸ਼ਾਹ ਮਹਾਰਾਜ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ
ਧਰਮ ਦੀ ਰਾਖੀ ਲਈ ਜਗਤ ਮਾਤ ਚੰਡਕਾ ਨੂੰ ਪ੍ਰਗਟ ਕਰਨ ਦੇ ਉਪਰਾਲੇ ਕਰ ਰਹੇ ਨੇ। ਤੁਰਕ ਰਾਜ ਕੀ ਜੜ੍ਹਾਂ ਉਖੇੜੀ, ਮਹਾਰਾਜ ਨੇ ਤੁਰਕਾਂ ਦੇ ਰਾਜ ਦੀਆਂ ਜੜ੍ਹਾਂ ਪੁੱਟ ਦੇਣੀਆਂ ਹਨ। ਅਦਕ ਤਪ ਧਨ ਮਹਿ ਧਾਰਿਓ, ਮਹਾਰਾਜ ਅਨੇਕਾਂ ਪ੍ਰਕਾਰ ਨਾਲ ਕਠਿਨ ਤਪੱਸਿਆ ਕਰ ਰਹੇ ਹਨ। ਨਿੰਦਰਾ ਅਸਨ ਅਲਪ ਨਿਰਧਾਰਿਓ, ਮਹਾਰਾਜ ਨੇ ਆਪਣਾ ਖਾਣਾ ਵੀ ਘਟਾ ਦਿੱਤਾ ਹੈ ਤੇ ਸੌਣਾ ਵੀ ਘਟਾ ਦਿੱਤਾ ਹੈ। ਅਲਪ ਆਹਾਰ, ਸੁਲਪ ਸੀ ਨਿੰਦਰਾ, ਦਇਆ ਸ਼ਿਮਾ ਤਨ ਪ੍ਰੀਤ, ਸੀਲ ਸੰਤੋਖ ਸਦਾ ਨਿਰਵਾਹਿਬੋ, ਵੈਭੋ ਤਿਰਗੁਣ ਅਤੀਤ, ਐਸੀ ਬਿਰਤੀ ਧਾਰਨ ਕਰ ਲਈ ਹੈ। ਪੁੱਤਰ ਲਗ ਇਹੀ ਪ੍ਰਸੰਗਾ, ਬ੍ਰਹਮਪੁੱਤਰ ਦਰਿਆ ਤੱਕ, ਗੁਹਾਟੀ ਤੱਕ ਤੇ ਸਾਧ ਸੰਗਤ ਜੀ ਬੰਗਲਾਦੇਸ਼ ਢਾਕੇ ਤੱਕ ਇਹੀ ਕਥਾ ਚੱਲ ਰਹੀ ਹੈ। ਬੱਚੇ ਬੱਚੇ ਦੀ ਜ਼ੁਬਾਨ ਤੇ 10ਵੇਂ ਪਾਤਸ਼ਾਹ ਵੱਲੋਂ ਜਗਤ ਮਾਤ ਚੰਡਕਾ ਨੂੰ ਜੋ ਪ੍ਰਗਟ ਕਰਨ ਦਾ ਪ੍ਰਯੋਗ ਆਰੰਭਿਆ ਹੋਇਆ ਹੈ, ਪੂਰਬ ਦੇਸ਼ ਵਿੱਚ ਉਹਦੀ ਬੜੀ ਚਰਚਾ ਹੋ ਰਹੀ ਹੈ। ਚਿਰਤ ਗਮਨੇ ਲੋਕ ਨਿਸੰਗਾ, ਲੋਕ ਨਿਸੰਗ ਹੋ ਕੇ ਗੱਲ ਦੱਸਦੇ ਹਨ ਦੁਨੀਆ ਨੂੰ, ਭਾਈ ਪਰਮੇਸ਼ਰ ਦੀ ਸ਼ਕਤੀ ਪ੍ਰਗਟ ਹੋਵੇਗੀ। 10ਵੇਂ ਪਾਤਸ਼ਾਹ ਮਹਾਰਾਜ ਜੀ ਕਰਨਗੇ। ਇਤ ਸਤਿਗੁਰ ਨੇ ਪਾਠ ਕਰਨ ਤੇ, ਇਧਰ ਮਹਾਰਾਜ 10ਵੇਂ ਪਾਤਸ਼ਾਹ ਕਲਗੀਧਰ ਜੀ ਚੰਡੀ ਦਾ ਰੋਜ਼ ਪਾਠ ਕਰਦੇ ਹਨ। ਚਾਰ ਅਹੁਤੀ ਜੈ ਉਚਰੰਤੇ, ਔਰ ਆਹੂਤੀ ਪਾ ਕੇ ਜਗਤ ਮਾਤ ਚੰਡਕਾ ਦੀ ਜੈ ਜੈਕਾਰ ਕਰਦੇ ਹਨ। ਪਾਣੀ ਪੀਵਨ ਅਸਨ ਅਚਨ ਕੋ, ਪਾਣੀ ਪੀਣਾ ਤੇ ਭੋਜਨ ਛਕਣਾ ਸੰਜਮ ਵਿਖਮ ਰੋਕ ਰਖ ਮਨ ਕੋ, ਇਹ ਬਹੁਤ ਘੱਟ ਕਰ ਦਿੱਤਾ ਹੈ। ਬੜਾ ਔਖਾ ਸੰਜਮ ਹੈ। ਸਾਧ ਸੰਗਤ ਜੀ ਭੁੱਖ ਪਿਆਸ ਰੋਕਣੀ ਬੜੀ ਔਖੀ ਹੈ, ਪਰ ਮਹਾਰਾਜ ਨੇ ਭੁੱਖ ਪਿਆਸ ਨੀਂਦ ਆਲਸ ਸਾਰਿਆਂ ਨੂੰ ਜਿੱਤ ਲਿਆ ਹੈ। ਕਾਮ ਸੀਤ ਝਾਲੈ ਬਹੁ ਤਨ ਪਰ, ਸਰੀਰ ਤੇ ਗਰਮੀ ਸਰਦੀ ਵੀ ਝੱਲਦੇ ਹਨ। ਨਾਨਾ ਭਾਂਤਨ ਕੇ ਸੁਖ ਪਰ ਹਰ, ਨਾਨਾ ਪ੍ਰਕਾਰ ਦੇ ਸੁੱਖਾਂ ਨੂੰ ਤਿਆਗ ਦਿੱਤਾ ਹੈ। ਮਹਾਰਾਜ ਨੇ ਸੁੱਖ ਆਰਾਮ ਦੀ ਜ਼ਿੰਦਗੀ ਛੱਡ ਦਿੱਤੀ ਹੈ, ਦੁੱਖਾਂ ਦੀ ਕਸ਼ਟ ਵਾਲੀ ਜ਼ਿੰਦਗੀ ਸਵੀਕਾਰ ਕਰ ਲਈ ਹੈ। ਭੁੱਖ ਪਿਆਸ ਤੇ ਡੋਲਤ ਨਾਹੀ, ਭੁੱਖ ਪਿਆਸ ਤੋਂ ਮਨ ਨਹੀਂ ਡੁਲਾਉਂਦੇ, ਸਾਰਾ ਦਿਨ ਜਾਪ ਕਰੀ ਜਾਣਾ। ਹੁਣ 36 ਘੰਟੇ ਦਾ ਆਪਾਂ ਸੁਣਿਆ ਪਿੱਛੇ ਜਾਪ ਕਰਦੇ ਰਹੇ ਨੇ, 36 ਘੰਟੇ ਨਾ ਪਾਣੀ ਪੀਣਾ ਤੇ ਨਾ ਸਾਧ ਸੰਗਤ ਜੀ ਭੋਜਨ ਛਕਣਾ ਤੇ ਨਾ ਆਪਣੇ ਆਸਣ ਤੋਂ ਹਿੱਲਣਾ, ਲਗਾਤਾਰ ਅਖੰਡ ਭਜਨ ਜਾਪ ਕਰੀ ਜਾਣਾ। ਇਸ ਤੋਂ ਵੱਧ ਕੇ ਕੌਣ ਤਪੱਸਿਆ ਕਰ ਸਕਦਾ ਹੈ? ਅੱਜ ਤੱਕ ਦੁਨੀਆ ਵਿੱਚ ਜਿੰਨੇ ਵੱਡੇ ਵੱਡੇ ਮਹਾਂਪੁਰਸ਼ ਤਪੱਸਵੀ ਹੋਏ ਨੇ, 10ਵੇਂ ਪਾਤਸ਼ਾਹ ਜਿੰਨੀ ਕਰੜੀ ਤਪੱਸਿਆ ਕੋਈ ਨਹੀਂ ਕਰ ਸਕਿਆ। ਆਪ ਲਿਖਦੇ ਨੇ, ਕਹਿੰਦੇ ਤਹ ਹਮ ਅਦਕ ਤਪੱਸਿਆ ਸਾਧੀ, ਮਹਾਕਾਲ ਕਾਲ ਕਾ ਅਰਾਧੀ, ਇਹ ਬਿਦ ਕਰਤ ਤਪੱਸਿਆ ਭਇਓ, ਦੁਐਤੇ ਏਕ ਰੂਪ ਵੈ ਗਇਓ। ਐਸੀ ਅਖੰਡ ਭਗਤੀ ਪਰਮੇਸ਼ਰ ਦੀ ਕਰਦੇ ਹਨ। ਭਏ ਜਿਤੇਂਦਰੀ ਵਧੈ ਵਧੇਰੇ, ਔਰ ਸਾਧ ਸੰਗਤ ਜੀ ਆਪਣੀਆਂ ਸਾਰੀਆਂ ਇੰਦਰੀਆਂ ਨੂੰ ਜਿੱਤ ਲਿਆ ਹੈ। ਅੱਖਾਂ ਤੇ, ਕੰਨਾਂ ਤੇ, ਨਾਸਕਾਂ ਤੇ, ਚਮੜੀ ਤੇ, ਰਸਨਾ ਤੇ, ਹੱਥਾਂ ਪੈਰਾਂ ਤੇ ਪੂਰਾ ਕੰਟਰੋਲ ਕਰ ਲਿਆ ਹੈ। ਮਨ ਉੱਤੇ ਪੂਰਾ ਕੰਟਰੋਲ ਕਰ ਲਿਆ ਹੈ। ਇਹ ਜਿਹੜੀ ਪ੍ਰੇਮਾ ਭਗਤੀ ਹੈ, ਇਹ ਜਿਹੜਾ ਮਹਾਰਾਜ ਸੱਚੇ ਪਾਤਸ਼ਾਹ ਦਾ ਤਪ ਹੈ, ਸਾਧਨਾ ਹੈ, ਇਹ ਦਿਨੋਂ ਦਿਨ ਵੱਧਦੀ ਜਾ ਰਹੀ ਹੈ। ਫਿਰ ਪਰਬਾਸਾ ਕਰਹਿ ਕਨੇਰੇ, ਔਰ ਜ਼ਿਆਦਾਤਰ ਪਹਾੜ ਉੱਤੇ ਹੀ ਵਾਸਾ ਕਰਦੇ ਹਨ। ਇਕ ਲਿਵ ਲਾਗੀ ਵਧੈ ਵਧੇਰੇ, ਇੱਕ ਲਿਵ ਲੱਗ ਗਈ ਹੈ ਪ੍ਰਮਾਤਮਾ ਦੇ ਸਰੂਪ ਵਿੱਚ, ਜਗਤ ਮਾਤ ਚੰਡਕਾ ਦੇ ਸਰੂਪ ਵਿੱਚ। ਉਹ ਪ੍ਰੀਤ ਵੱਧਦੀ ਜਾ ਰਹੀ ਹੈ। ਸੁਰਤ ਸੰਕੋਚ ਦਵਾਰ 10 ਸਵਾਸ, ਮਹਾਰਾਜ ਆਪਣੀ ਸੁਰਤੀ ਨੂੰ ਸੰਕੋਚ ਕੇ ਸਵਾਸਾਂ ਨੂੰ 10ਵੇਂ ਦੁਆਰ ਵਿੱਚ ਚੜਾਉਣ ਲੱਗ ਪਏ ਹਨ। ਇਹ ਜਦੋਂ ਸਵਾਸ 10ਵੇਂ ਦੁਆਰ ਵਿੱਚ ਜਾ ਚੜ੍ਹਦੇ ਹਨ ਤਾਂ ਸਾਧ ਸੰਗਤ ਜੀ ਉੱਥੇ ਜੋ ਅੰਮ੍ਰਿਤ ਰਸ ਚੋਂਦਾ ਹੈ ਉਹਨੂੰ ਜੋਗੀ ਜਨ ਪੀਂਦੇ ਹਨ। ਕਰਹਿ ਟਿਕਾਵਨ ਧਿਆਨ ਪ੍ਰਕਾਸ਼, ਲਗਾਤਾਰ ਧਿਆਨ ਉੱਥੇ ਪਰਮ ਪ੍ਰਕਾਸ਼ ਵਿੱਚ ਧਿਆਨ ਟਿਕਾਈ ਰੱਖਦੇ ਹਨ। ਏਕ ਰੂਪ ਹੋਏ ਅੰਤਰ ਰਹੇ ਹਰਿਓ, ਮਹਾਰਾਜ ਸੱਚੇ ਪਾਤਸ਼ਾਹ ਉਹ ਜਗਤ ਮਾਤ ਚੰਡਕਾ ਨਾਲ ਇੱਕ ਰੂਪ ਹੋ ਗਏ, ਇੱਕ ਮਿਕ ਹੋ ਗਏ ਨੇ। ਤੋਈ ਮੋਈ ਮੋਈ ਤੋਈ ਅੰਤਰ ਕੈਸਾ, ਕਨਕ ਕਟਕ ਜਲ ਤਰੰਗ ਜੈਸਾ। ਜਿਵੇਂ ਸੋਨਾ ਤੇ ਸੋਨੇ ਦੇ ਗਹਿਣੇ ਇੱਕੋ ਹੀ ਰੂਪ ਹੁੰਦੇ ਨੇ, ਪਾਣੀ ਤੇ ਪਾਣੀ ਦੀਆਂ ਲਹਿਰਾਂ ਇੱਕੋ ਹੀ ਰੂਪ ਹੁੰਦੀਆਂ ਨੇ, ਇਸੇ ਤਰ੍ਹਾਂ ਕਲਗੀਧਰ ਪਾਤਸ਼ਾਹ ਜਗਤ ਮਾਤ ਚੰਡਕਾ ਇੱਕ ਰੂਪ ਹੀ ਹੋ ਗਏ ਹਨ। ਸੁਰਨ ਵਿਖੈ ਖਰ ਭਰ ਤਬ ਪਰਿਓ, ਉਹ ਕਹਿੰਦੇ ਦੇਵਲੋਕ ਤੱਕ ਇਹਦੀ ਹਲਚਲ ਮਚ ਗਈ ਹੈ, ਖਲਬਲੀ ਮਚ ਗਈ ਹੈ ਦੇਵਤਿਆਂ ਵਿੱਚ ਕਿ ਧਰਤੀ ਤੇ ਕੌਣ ਐਡਾ ਭਾਰੀ ਤਪਸਵੀ ਆ ਗਿਆ ਹੈ ਜਿਸ ਦੇ ਤਪ ਕਰਕੇ ਇੰਦਰ ਦਾ ਆਸਣ ਵੀ ਡੋਲਣ ਲੱਗ ਪਿਆ ਹੈ।
ਇੰਦਰਾਣੀ ਆਦਿਕ ਜੀ। ਜਿਹੜੀਆਂ ਸ਼ਕਤੀਆਂ ਨੇ, ਇੰਦਰ ਦੀ ਸ਼ਕਤੀ ਇੰਦਰਾਣੀ ਸ਼ਕਤੀ ਹੈ, ਅਗਾਰੀ ਫਿਰ ਹੋਇ ਤੇ ਇਹ ਆ ਕੇ ਹੁਣ ਸਾਹਮਣੇ ਖਲੋਣੀਆਂ ਸ਼ੁਰੂ ਹੋ ਗਈਆਂ। ਇੰਦਰ ਦੀ ਸ਼ਕਤੀ ਜਿਸ ਨੂੰ ਇੰਦਰਾਣੀ ਸ਼ਕਤੀ ਕਹਿੰਦੇ ਆ ਇੰਦਰ ਕਹਿੰਦੇ ਸਾਧ ਸੰਗ ਜਿਹੜਾ ਮੀਂਹ ਦਾ ਦੇਵਤਾ ਮੰਨਿਆ ਜਾਂਦਾ, ਦੇਵਤਿਆਂ ਦਾ ਰਾਜਾ ਮੰਨਿਆ ਜਾਂਦਾ। 33 ਕਰੋੜ ਦੇਵਤੇ ਹਨ ਜਿਨ੍ਹਾਂ ਦਾ ਰਾਜਾ ਇੰਦਰ ਹੈ ਤੇ ਉਹਦੀ ਸ਼ਕਤੀ ਇੰਦਰਾਣੀ ਹੈ। ਆ ਦੁਨੀਆ ਦੇ ਵਿੱਚ ਬ੍ਰਿਸ਼ਟੀ ਕਰਕੇ, ਵਰਖਾ ਪਾ ਕੇ ਜੀਵ ਜੰਤੂਆਂ ਨੂੰ ਪੈਦਾ ਕਰਨਾ, ਭਾਂਤ ਭਾਂਤ ਦੀ ਸ੍ਰਿਸ਼ਟੀ ਹੋ ਜਾਣੀ। ਇਹ ਸਾਰੇ ਦੇਵਤਿਆਂ ਵਿੱਚੋਂ ਵੱਡੀਆਂ ਸ਼ਕਤੀਆਂ ਜਿਹੜੀਆਂ ਹਨ ਉਹ ਸ੍ਰੀ ਕਲਗੀਧਰ ਪਾਤਸ਼ਾਹ ਦੇ ਅੱਗੇ ਹੱਥ ਜੋੜ ਕੇ ਖਲੋ ਗਈਆਂ ਹਨ। ਪ੍ਰਭਾਵ ਕੋ ਕਰਤ ਬਖਾਨੇ ਤੇ ਆ ਕੇ ਸ਼ਕਤੀਆਂ ਆਪਣੀ ਮਹਿਮਾ ਆਪਣੇ ਮੂੰਹ ਤੋਂ ਦੱਸਣ ਲੱਗੀਆਂ ਹਨ। ਮਹਾਰਾਜ ਸਾਨੂੰ ਸੇਵਾ 'ਚ ਲੈ ਲਓ, ਅਸੀਂ ਤੁਹਾਡੀ ਸੇਵਾ ਕਰਨਾ ਚਾਹੁੰਦੀਆਂ ਹਾਂ। ਅਮਰੋ ਦਰਸ ਦੁਲਭ ਲਿਹੁ ਮਾਨੀ। ਇੰਦਰਾਣੀ ਆ ਕੇ ਕਹਿੰਦੀ, ਇੰਦਰ ਦੀ ਵਹੁਟੀ, ਇੰਦਰ ਦੀ ਸ਼ਕਤੀ, ਇੰਦਰ ਦੀ ਘਰ ਵਾਲੀ ਕਹਿੰਦੀ ਹੈ, ਮਹਾਰਾਜ ਸਾਡੇ ਦਰਸ਼ਨ ਬੜੇ ਦੁਰਲਭ ਹਨ। ਦੁਨੀਆ ਤਰਸਦੀ ਮਰ ਜਾਂਦੀ ਹੈ, ਸਾਡੇ ਦਰਸ਼ਨ ਨਹੀਂ ਹੁੰਦੇ। ਭਰਦ ਸ਼ਕਤ ਨਿਜ ਕਹੈ ਪ੍ਰਭਾਉ। ਔਰ ਧਨ ਦਾ ਜਿਹੜਾ ਦੇਵਤਾ ਹੈ ਨਾ ਕੁਬੇਰ, ਉਹ ਵੀ ਆ ਗਿਆ। ਉਹਦੀਆਂ ਸਾਰੀਆਂ ਸ਼ਕਤੀਆਂ ਹੱਥ ਜੋੜ ਕੇ ਖਲੋ ਗਈਆਂ ਤੇ ਕੁਬੇਰ ਆਪਣਾ ਪ੍ਰਭਾਵ ਦੱਸਣ ਲੱਗਾ ਹੈ। ਧਨ ਹਮ ਤੇ ਲਿਹੁ ਪਾਉ। ਕੁਬੇਰ ਕਹਿੰਦਾ, ਮਹਾਰਾਜ ਦੇਵਤਿਆਂ ਦਾ ਖਜ਼ਾਨਚੀ ਹਾਂ ਮੈਂ, ਮੇਰੇ ਕੋਲ ਬੜੇ ਗੁਪਤ ਖਜ਼ਾਨੇ ਨੇ। 9 ਨਿਧੀਆਂ ਤੇ 18 ਸਿੱਧੀਆਂ ਤੁਸੀਂ ਮੇਰੇ ਤੋਂ ਲੈ ਸਕਦੇ ਹੋ, ਮੈਂ ਦੇਣ ਨੂੰ ਤਿਆਰ ਹਾਂ। ਸਿੱਧ ਅਸ਼ਟ 10 ਕਰਹਿ ਉਚਾਰੀ। 18 ਸਿੱਧੀਆਂ ਵੀ ਹੱਥ ਜੋੜ ਕੇ ਖਲੋ ਗਈਆਂ। ਨਵ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰ ਜੋ ਹਰ ਹਿਰਦਾ ਸਦਾ ਵਸਾਏ। ਹੁਣ 18 ਸਿੱਧੀਆਂ ਹੱਥ ਜੋੜ ਕੇ ਬੇਨਤੀ ਕਰਦੀਆਂ ਹਨ, ਕਿਉਂ ਤੁਮ ਤਾਪ ਤਪ ਹੋ ਤਨ ਭਾਰੀ। ਮਹਾਰਾਜ ਤੁਸੀਂ ਇੰਨਾ ਕਰੜਾ ਤਪ ਕਿਉਂ ਕਰ ਰਹੇ ਹੋ? ਅਸੀਂ ਸਾਰੀਆਂ ਸ਼ਕਤੀਆਂ ਤੁਹਾਡੇ ਕੋਲ ਆ ਗਈਆਂ, ਜਿੰਨੀ ਮਾਇਆ ਕਹੋਗੇ ਮਾਲਾ ਮਾਲ ਕਰ ਦਿਆਂਗੇ। ਹੀਰੇ ਮੋਤੀ ਸੋਨਾ ਚਾਂਦੀ ਨਾਲ ਭੰਡਾਰੇ ਭਰ ਦਿਆਂਗੇ। ਮਿੱਟੀ ਨੂੰ ਵੀ ਹੱਥ ਲਾਓਗੇ ਸੋਨਾ ਬਣ ਜਾਏਗੀ। ਮਹਾਰਾਜ ਤੁਸੀਂ ਇੰਨਾ ਤਪ ਹੁਣ ਕਿਉਂ ਕਰ ਰਹੇ ਹੋ? ਇਹ ਤਪੱਸਿਆ ਛੱਡੋ ਤੇ ਸਾਨੂੰ ਆਪਣੀ ਸੇਵਾ ਕਰਨ ਦਾ ਮੌਕਾ ਦਿਓ। ਸਗਰੀਰਾ ਵਰ ਅਨੁਸਾਰੀ। ਇਹ ਜਿੰਨੀਆਂ ਗੁਪਤ ਸ਼ਕਤੀਆਂ ਨੇ, ਮਾਇਆ ਦੀ ਸ਼ਕਤੀਆਂ ਨੇ ਸਾਧ ਸੰਗਤ ਜੀ, ਇੰਦਰ ਦੀਆਂ ਸ਼ਕਤੀਆਂ ਇੰਦਰਾਣੀ, ਔਰ ਸਾਧ ਸੰਗਤ ਜੀ ਹੋਰ ਜਿਹੜੇ ਦੇਵੀ ਦੇਵਤੇ ਹਨ 33 ਕਰੋੜ, ਉਹ ਸਭ ਚਰਨਾਂ 'ਚ ਹੱਥ ਜੋੜ ਕੇ ਖਲੋ ਗਏ ਹਨ। ਮਹਾਰਾਜ ਜੋ ਕਹੋਗੇ ਅਸੀਂ ਕਰਨ ਨੂੰ ਤਿਆਰ ਹਾਂ, ਦੇਰੀ ਨਹੀਂ ਲਾਵਾਂਗੇ। ਅਸੀਂ ਤੁਹਾਡੇ ਹੁਕਮ ਦੇ ਵਿੱਚ ਸਾਰਾ ਕੁਝ ਹਾਜ਼ਰ ਕਰ ਦਿਆਂਗੇ। ਕਿਹੜੀ ਕਿਹੜੀ ਸ਼ਕਤੀ ਦਾ ਕਵੀ ਜੀ ਕਹਿੰਦੇ ਜ਼ਿਕਰ ਕਰੀਏ? ਸਾਰੀਆਂ ਹੀ ਸ਼ਕਤੀਆਂ ਆਈਆਂ ਹਨ, ਪਰ ਮਹਾਰਾਜ ਉਹਨਾਂ ਸ਼ਕਤੀਆਂ ਵੱਲ ਵੇਖਦੇ ਵੀ ਨਹੀਂ। ਆਖੋ ਸਤਨਾਮ। ਮਹਾਰਾਜ ਕਹਿੰਦੇ ਇਹਨਾਂ ਸ਼ਕਤੀਆਂ ਨਾਲ ਸਾਡਾ ਕੋਈ ਮਤਲਬ ਨਹੀਂ, ਇਹ ਰਿੱਧੀਆਂ ਸਿੱਧੀਆਂ ਸਾਡੇ ਕਿਸੇ ਕੰਮ ਦੀਆਂ ਨਹੀਂ। ਇੰਦਰਾਣੀ ਸ਼ਕਤੀ ਵੀ ਸਾਡੇ ਕਿਸੇ ਕੰਮ ਦੀ ਨਹੀਂ, ਸਾਡੇ ਕੰਮ ਦੀ ਤਾਂ ਇੱਕੋ ਹੀ ਹੈ, ਉਹ ਚੰਡੀ ਹੈ। ਉਹ ਚੰਡੀ ਤੋਂ ਬਿਨਾਂ ਇਹ ਮੋਰਚੇ ਫਤਿਹ ਨਹੀਂ ਹੋਣੇ। ਕਿਸੇ ਲਾਲਚ ਵਿੱਚ 10ਵੇਂ ਪਾਤਸ਼ਾਹ ਨਹੀਂ ਆਏ। ਦੇਵੀ ਸ਼ਕਤੀਆਂ ਨੇ ਸਾਰੇ, ਜਿਵੇਂ ਮਹਾਰਾਜ ਗੁਰੂ ਨਾਨਕ ਸਾਹਿਬ ਦੇ ਅੱਗੇ ਕਲਯੁਗ ਨੇ ਮੋਤੀਆਂ ਦੇ ਮਹਿਲ ਖੜੇ ਕਰਨ ਦਾ ਬਚਨ ਕਿਹਾ। ਮਹਾਰਾਜ ਮੈਂ ਤੁਹਾਨੂੰ ਮੋਤੀਆਂ ਦੇ ਮਹਿਲ ਬਣਾ ਕੇ ਦੇ ਦੇਣਾ, ਸੋਨਾ ਚਾਂਦੀ ਕਸਤੂਰੀ ਕੰਗੂ ਚੰਦਨ ਦਾ ਲੇਪ ਕਰਕੇ ਕੰਧਾਂ ਤੇ ਦੇ ਦੇਣਾ। ਮਹਾਰਾਜ ਕਹਿੰਦੇ ਸਾਡੇ ਕਿਸੇ ਕੰਮ ਦੇ ਨਹੀਂ, ਅਸੀਂ ਨਹੀਂ ਲੈਣੇ। ਤੋ ਸ਼ਕਤੀਆਂ ਸਾਰੀਆਂ ਮਹਾਰਾਜ ਕੋਲ ਆਈਆਂ 10ਵੇਂ ਪਾਤਸ਼ਾਹ ਕੋਲ, ਪਰ ਮਹਾਰਾਜ ਨੇ ਕਿਸੇ ਵੱਲ ਨਹੀਂ ਦੇਖਿਆ। ਮਨ ਅਡੋਲ ਰੱਖਿਓ ਤਿਸ ਬੇਰਾ। ਆਪਣਾ ਮਨ ਅਡੋਲ ਆਪਣੇ ਪਰਮੇਸ਼ਰ ਦੇ ਭਜਨ ਵਿੱਚ ਹੀ ਲਾਇਆ ਹੋਇਆ ਹੈ। ਅਚਲ ਸੁਮੇਰਾ। ਜਿਵੇਂ ਤੂਫਾਨ ਆਵੇ ਹਰ ਚੀਜ਼ ਉੱਡ ਜਾਂਦੀ ਹੈ, ਹਰ ਚੀਜ਼ ਡਾਵਾਂ ਡੋਲ ਹੋ ਜਾਂਦੀ, ਪਰ ਸੁਮੇਰ ਪਰਬਤ ਨਹੀਂ ਡੋਲਦਾ। ਏਦਾਂ ਰਿੱਧੀਆਂ ਸਿੱਧੀਆਂ ਦੇ ਤੂਫਾਨ ਦੇ ਸਾਹਮਣੇ 10ਵੇਂ ਪਾਤਸ਼ਾਹ ਦਾ ਚਿੱਤ ਅਡੋਲ ਰਿਹਾ ਹੈ। ਜੋ ਪਰਮੇਸ਼ਰੀ ਆਦ ਸ਼ਕਤੀ ਹੈ, ਜੋ ਪਰਮੇਸ਼ਰੀ ਆਦ ਸ਼ਕਤੀ ਹੈ, ਉਹਦਾ ਹੀ ਧਿਆਨ ਕਰ ਰਹੇ ਜੋ ਸਭ ਤੋਂ ਪਹਿਲੇ ਹੈ। ਇੱਥੇ ਸਾਧ ਸੰਗਤ ਜੀ ਜਿਹੜੇ ਪ੍ਰਸੰਗ ਦਾ ਖੰਡਨ ਕਰਦੇ ਨੇ, ਉਹਨਾਂ ਨੂੰ ਪ੍ਰਸੰਗ ਪੜ੍ਹਨਾ ਹੀ ਨਹੀਂ ਆਇਆ। ਕਿਤੇ 10ਵੇਂ ਦੀ ਬਾਣੀ ਪੜ੍ਹ ਲੈਂਦੇ ਮਹਾਰਾਜ 10ਵੇਂ ਪਾਤਸ਼ਾਹ ਦੀ, ਭਾਈ ਸਾਹਿਬ ਸੰਤੋਖ ਸਿੰਘ ਦੀ ਸਮਝ ਤਾਂ ਆਉਣੀ ਸੀ ਇਹਨਾਂ ਨੂੰ। 10ਵੇਂ ਦੀ ਬਾਣੀ ਵੀ ਨਹੀਂ ਪੜ੍ਹੀ ਤੇ ਗੁਰੂ ਮਹਾਰਾਜ ਦੇ ਤੇ ਪਿਆਰੇ ਗੁਰਸਿੱਖਾਂ ਦੀ ਰਚਨਾ ਵੀ ਨਹੀਂ ਪੜ੍ਹੀ, ਕਿੰਤੂ ਪਰੰਤੂ ਬਾਹਲਾ ਹੀ ਕਰ ਦਿੱਤਾ।
ਕਿਉਂਕਿ ਸ਼ੰਕਾ ਆਪਣੇ ਮਨ ਵਿੱਚ ਸੀ, ਦੂਜਿਆਂ ਦੇ ਮਨ 'ਚ ਵੀ ਪਾ ਗਏ। ਸੋ ਉਹਨਾਂ ਲੋਕਾਂ ਨੂੰ ਨਮਸਕਾਰ ਹੈ ਜਿਹੜੇ ਇਹੋ ਜਿਹੇ ਕੰਮ ਕਰ ਗਏ ਨੇ। ਸਾਧ ਸੰਗਤ ਜੀ, ਇਹ ਬਹੁਤ ਵੱਡਾ ਘਾਟਾ ਪਿਆ ਜਿਹੜਾ ਅਸੀਂ ਅਕਾਲ ਪੁਰਖ ਦੀ ਸ਼ਕਤੀ ਤੋਂ ਮਨੁੱਕਰ ਹੋ ਗਏ। ਇਹ ਹਊਆ ਜਿਹਾ ਬਣਾਤਾ ਵੀ ਇਹ ਤਾਂ ਕਿਸੇ ਦੇਵੀ ਦੀ ਪੂਜਾ ਸੀ ਜੀ, ਇਹ ਤਾਂ ਦੁਰਗਾ ਦੀ ਸੀ ਜੀ, ਇਹ ਤਾਂ ਜੀ ਨੈਣਾ ਦੇਵੀ ਦੀ ਪੂਜਾ ਸੀ। ਇੱਦਾਂ ਲੋਕਾਂ ਨੂੰ ਭੁਲੇਖੇ ਪਾ ਛੱਡੇ। ਇੱਥੇ ਹੁਣ ਸਪਸ਼ਟ ਲਿਖਿਆ ਕੋਈ ਕਿਸੇ ਦੇਵੀ ਦਾ ਨਾਂ ਨਹੀਂ ਆਇਆ ਜਿਨ੍ਹਾਂ ਨੂੰ ਹਿੰਦੂ ਲੋਕ ਮੂਰਤੀਆਂ ਬਣਾ ਕੇ ਪੂਜੀ ਜਾਂਦੇ, ਉਹਦਾ ਇੱਥੇ ਕੋਈ ਜ਼ਿਕਰ ਨਹੀਂ ਹੈ। ਜੋ ਪਰਮੇਸ਼ਰ ਆਦਿ ਸ਼ਕਤ ਹੈ, ਜੋ ਪਰਮੇਸ਼ਰ ਦੀ ਸ਼ਕਤੀ ਹੈ ਉਹ ਪਰਮੇਸ਼ਰੀ ਹੈ। ਜੋ ਆਦਿ ਸ਼ਕਤੀ ਹੈ, ਮੁੱਢਲੀ ਸ਼ਕਤੀ ਹੈ, ਇਸੀ ਧਿਆਨ ਮੈਂ ਚਿਤ ਅਸ਼ਕਤ ਹੈ। ਉਹਦੇ ਧਿਆਨ ਵਿੱਚ ਹੀ ਕਲਗੀਧਰ ਪਾਤਸ਼ਾਹ ਦਾ ਮਨ ਲੱਗਾ ਹੋਇਆ ਹੈ। ਕਿਸੇ ਦੇਵੀ ਦੇਵਤਾ ਤੇ, ਕਿਸੇ ਸ਼ਕਤੀ ਤੇ, ਇੰਦਰਾਣੀ ਸ਼ਕਤੀ ਸਭ ਤੋਂ ਵੱਡੀ ਹੈ ਦੇਵਤਿਆਂ ਵਿੱਚ। ਇੰਦਰ ਦੀ ਸ਼ਕਤੀ ਸਭ ਤੋਂ ਵੱਡੀ, ਉਹਨੂੰ ਇੰਦਰਾਣੀ ਕਹਿੰਦੇ ਆ। ਉਹਦੇ ਤੇ ਵੀ ਮਨ ਨਹੀਂ ਡੁਲਾਇਆ, ਕਹਿੰਦੇ ਨਾ ਤੂੰ ਸਾਡੇ ਕੰਮ ਦੀ ਨਹੀਂ, ਪਰੇ ਹੋ, ਅਸੀਂ ਤਾਂ ਚੰਡੀ ਪ੍ਰਗਟ ਕਰਨੀ ਹੈ, ਕਿਉਂਕਿ ਚੰਡੀ ਤੋਂ ਬਿਨਾਂ ਇਹ ਦੁਨੀਆ ਦੇ ਗਰੀਬਾਂ ਦਾ, ਮਜਲੂਮਾਂ ਦਾ ਦੁੱਖ ਨਹੀਂ ਦੂਰ ਹੋ ਸਕਦਾ। ਜਿਸੈ ਆਰਾਧੈ ਸ਼ਿਵ ਬਿਧ ਵਿਸ਼ਨੂੰ, ਉਹ ਸ਼ਕਤੀ ਨੂੰ ਮਹਾਰਾਜ 10ਵੇਂ ਪਾਤਸ਼ਾਹ ਪ੍ਰਾਪਤ ਕਰਨਾ ਚਾਹੁੰਦੇ, ਜਿਹਨੂੰ ਸ਼ਿਵ ਜੀ ਵੀ ਮੱਥਾ ਟੇਕਦੇ, ਵਿਸ਼ਨੂੰ ਵੀ ਆਰਾਧਦਾ, ਜਿਹਦੀ ਬ੍ਰਹਮਾ ਜੀ ਵੀ ਭਗਤੀ ਕਰਦੇ ਹੈ। ਹੁਣ ਦੱਸੋ ਇੱਥੇ ਕੋਈ ਸ਼ੰਕਾ ਰਹਿ ਗਿਆ? ਜਿਹੜੇ ਕਹਿੰਦੇ ਜੀ ਭਾਈ ਸੰਤੋਖ ਸਿੰਘ ਨੇ ਜੀ ਦੇਵੀਆਂ ਦੀ ਉਪਮਾ ਲਿਖਤੀ ਹੈ ਜੀ, ਦੇਵੀਆਂ ਦੇ ਦੇਵੀ ਦੇਵਤਿਆਂ ਦੇ ਚੱਕਰ 'ਚ ਪਾਤਾ ਸਿੱਖਾਂ ਨੂੰ, ਕਰਮਕਾਂਡੀ ਬਣਾਤਾ, ਉਹਨਾਂ ਲੋਕਾਂ ਨੂੰ ਗੁਰਪ੍ਰਤਾਪ ਸੂਰਜ ਪੜ੍ਹਨਾ ਹੀ ਨਹੀਂ ਆਇਆ। ਸਾਧ ਸੰਗਤ ਜੀ, ਇਹ ਬੜੇ ਦੁੱਖ ਨਾਲ ਕਹਿਣਾ ਪੈਂਦਾ। ਜੋ ਪਰਮੇਸ਼ਰ ਆਦਿ ਸ਼ਕਤ ਹੈ ਉਹ ਤਿਸ ਮੈਂ ਦਿਸ, ਉਹਦੇ ਵਿੱਚ ਮਹਾਰਾਜ ਕਹਿੰਦੇ ਤਿਸੀ ਧਿਆਨ ਮੈਂ ਚਿਤ ਅਸ਼ਕਤ ਹੈ, ਉਹਦੇ ਵਿੱਚ ਹੀ ਧਿਆਨ ਲਾਇਆ, ਹੋਰ ਕਿਸੇ ਵਿੱਚ ਨਹੀਂ ਲਾਇਆ। ਵਰਨ ਕੁਬੇਰ ਸੂਰ ਸਸ ਜਿਸਨੂੰ, ਜਿਸ ਨੂੰ ਵਿਸ਼ਨੂੰ ਬ੍ਰਹਮਾ ਤੇ ਸ਼ਿਵ ਜੀ ਵੀ ਧਿਆਉਂਦੇ ਹਨ। ਵਰਨ ਵੀ ਜਿਹਦੀ ਪੂਜਾ ਕਰਦਾ ਹੈ, ਕੁਬੇਰ ਵੀ ਜਿਹਦਾ ਨਾਮ ਜਪਦਾ ਹੈ, ਸਾਰੇ ਦੇਵਤੇ, ਚੰਦਰਮਾ ਤੇ ਸੂਰਜ ਵੀ ਜਿਸ ਨੂੰ ਧਿਆਉਂਦੇ ਹਨ। ਸਭ ਸੁਰ ਰક્ષਕ ਭਛਕ ਦੁਸ਼ਟਨ, ਜਿਹੜੀ ਦੇਵਤਿਆਂ ਦੀ ਸੰਤਾਂ ਦੀ ਰਾਖੀ ਕਰਦੀ ਹੈ ਤੇ ਦੁਸ਼ਟਾਂ ਜ਼ਾਲਮਾਂ ਦਾ ਨਾਸ਼ ਕਰਦੀ ਹੈ। ਜਨ ਕੇ ਸੁਖ ਦਾ ਕਟਹਿ ਅਰਿਸ਼ਟਨ, ਆਪਣੇ ਭਗਤਾਂ ਸੰਤਾਂ ਦੇ ਪ੍ਰਤੀ ਸੁਖਦਾਈ ਹੈ ਤੇ ਉਹਨਾਂ ਦੇ ਕਸ਼ਟਾਂ ਨੂੰ ਕੱਟਣ ਵਾਲੀ ਹੈ। ਸ਼ੇਖ ਸ਼ਾਏ ਮਹਿ ਜੋ ਲੋ ਭਈ, ਉਹ ਜਿਹੜੀ ਸ਼ਕਤੀ ਅਕਾਲ ਪੁਰਖ ਦੀ ਹੈ, ਸ਼ੇਖ ਸ਼ਾਹੀ ਮੈਂ ਜੋ ਲੈ ਪਈ, ਜਿਹੜੀ ਸ਼ੇਖ ਸ਼ਾਹੀ ਵਿਸ਼ਨੂੰ ਭਗਵਾਨ ਵਿੱਚ ਲੀਨ ਹੋ ਗਈ ਹੈ, ਵਿੱਚੇ ਸਮਾਈ ਹੋਈ ਹੈ। ਕਦੀ ਉਗਰਦੰਤੀ ਪੜੋ ਤਾਂ ਸਾਰਾ ਭੇਦ ਖੁੱਲ ਜਾਂਦਾ। ਕਹਿੰਦੇ ਹੈ ਵਾਹਿਗੁਰੂ, ਉਹ ਸ਼ਕਤੀ ਤੇਰੀ ਜਿਹੜੀ ਤੂੰ ਹੀ ਨਿਜ ਵਜੀਰਨ ਪ੍ਰਭੂ ਦਰ ਸੁਹੰਤੀ, ਜੋ ਪਰਮੇਸ਼ਰ ਦੇ ਦਰਬਾਰ ਵਿੱਚ ਸੋਭਦੀ ਉਹਦੀ ਸ਼ਕਤੀ ਹੈ, ਜੋ ਅਕਾਲ ਪੁਰਖ ਬ੍ਰਹਮ ਦੀ ਸ਼ਕਤੀ ਹੈ। ਵਿਦ ਕੀ ਰੱਖਿਆ ਹਿਤ ਨਿਕ ਸਈ, ਉਸ ਵੇਲੇ ਜਦੋਂ ਸਾਧ ਸੰਗਤ ਜੀ ਬ੍ਰਹਮਾ ਜੀ ਨੂੰ ਮਦ ਕੈਟਬ ਨਾਮ ਦੇ ਰਾਖਸ਼ ਖਾਣ ਲੱਗੇ ਸਨ, ਉਸ ਵਾਲੇ ਵਿਸ਼ਨੂੰ ਦੇ 'ਚ ਪ੍ਰਵੇਸ਼ ਕੀਤੀ ਸੀ। ਇੱਕ ਕਥਾ ਚੰਡੀ ਚਰਿੱਤਰ ਦੇ ਪਹਿਲੇ ਅਧਿਆਏ ਵਿੱਚ ਆਉਂਦੀ ਹੈ ਵੀ ਜਦੋਂ ਸਾਰੇ ਪਾਸੇ ਜਲ ਹੀ ਜਲ ਸੀ, ਕੁਛ ਧਰਤੀ ਆਦਿ ਕੁਛ ਨਹੀਂ ਸੀ ਬਣਿਆ, ਪਾਣੀ ਪਾਣੀ ਸੀ, ਸਾਰੇ ਪਾਸੇ ਜਲ ਹੀ ਜਲ ਸੀ। ਉਸ ਵੇਲੇ ਅਕਾਲ ਪੁਰਖ ਪਰਮੇਸ਼ਰ ਜੀ ਨੇ ਆਪਣੀ ਯੋਗ ਮਾਇਆ ਨਾਲ ਵਿਸ਼ਨੂੰ ਦੀ ਨਾਭੀ ਵਿੱਚੋਂ ਕਮਲ ਦਾ ਫੁੱਲ ਪੈਦਾ ਕੀਤਾ, ਉਹਦੇ ਵਿੱਚੋਂ ਬ੍ਰਹਮਾ ਜੀ ਪੈਦਾ ਹੋਏ। ਤੇ ਬ੍ਰਹਮਾ ਜੀ ਜਦੋਂ ਧਿਆਨ ਵਿੱਚ ਬੈਠੇ ਹੋਏ ਸਨ ਤੇ ਮਦ ਕੈਟਬ ਵਿਸ਼ਨੂੰ ਦੇ ਕੰਨਾਂ ਦੀ ਮੈਲ ਤੋਂ ਪੈਦਾ ਹੋਏ। ਉਹ ਬ੍ਰਹਮਾ ਨੂੰ ਖਾਣ ਦੌੜੇ, ਉਹਨਾਂ ਨੂੰ ਦੇਖ ਕੇ ਬ੍ਰਹਮਾ ਜੀ ਡਰ ਗਏ ਤੇ ਬ੍ਰਹਮਾ ਨੇ ਪਰਮੇਸ਼ਰ ਦੀ ਸ਼ਕਤੀ ਨੂੰ ਆਵਾਜ਼ ਮਾਰੀ। ਉਹ ਸ਼ਕਤੀ ਫਿਰ ਵਿਸ਼ਨੂੰ 'ਚ ਪ੍ਰਵੇਸ਼ ਕਰ ਗਈ। ਛੁੱਟੀ ਚੰਡ ਜਾਗੇ ਬ੍ਰਹਮ ਕਰਿਓ ਜੁੱਧ ਕੋ ਸਾਜ, ਦੈਂਤ ਸਭੈ ਘਟ ਜਾਏ ਜਿਉ ਬੜਾ ਦੇਵਤਨ ਰਾਜ। ਉਹ ਦੈਂਤਾਂ ਦਾ ਨਾਸ਼ ਕਰਨ ਲਈ ਫਿਰ ਵਿਸ਼ਨੂੰ 'ਚ ਪ੍ਰਵੇਸ਼ ਕਰਕੇ ਮਦ ਕੈਟਮ ਨਾਲ ਯੁੱਧ ਕਰਦੀ ਹੈ। ਕਿੰਨਾ ਚਿਰ? 5000 ਸਾਲ। ਸਾਲ ਭਏ ਤਿੰਨ 5000, ਦੂਹ ਲੜਤੇ ਨੇ ਬਾਹਰ ਟਲੀ ਹੈ। ਕਹਿੰਦੇ ਦੋਵਾਂ ਦੇ ਡੋਲੇ ਬਲੀਆਂ ਦੇ ਇੰਨੇ ਤਗੜੇ ਸਨ ਨਾ ਮਦ ਕੈਟਵ ਦੇ, ਉਹ ਵੀ ਨਹੀਂ ਥੱਕੇ ਤੇ ਵਿਸ਼ਨੂੰ ਭਗਵਾਨ ਵਿੱਚ ਵੀ ਸ਼ਕਤੀ ਪ੍ਰਵੇਸ਼ ਕਰ ਚੁੱਕੀ ਸੀ ਚੰਡੀ। ਇਸ ਕਰਕੇ ਦੋਵਾਂ ਪਾਸਿਆਂ ਤੋਂ ਬੜਾ ਘਮਸਾਨ ਦਾ ਯੁੱਧ ਹੋਇਆ ਹੈ। ਮਦ ਕੈਟਵ ਕੀ ਮਰਦਨ ਕਰਤਾ, ਤੇ ਅਖੀਰ ਨੂੰ ਫਿਰ ਮਦ ਕੈਟਵ ਨੂੰ ਹੰਕਾਰ ਹੋ ਗਿਆ। ਮਦ ਕੈਟਵ ਆਪਸ ਵਿੱਚ ਸਲਾਹ ਕਰਕੇ ਕਹਿੰਦੇ ਨੇ, ਮਨ ਵਿੱਚ ਸੋਚਦੇ ਨੇ ਵੀ ਅਸੀਂ ਦੋ ਆਂ ਤੇ ਬੰਦਾ ਵਿਸ਼ਨੂੰ ਇਕੱਲਾ ਹੀ ਹੈ, ਇਹ ਨਹੀਂ ਪਤਾ ਵੀ ਇਹਦੇ 'ਚ ਤੇ ਪਰਮੇਸ਼ਰ ਦੀ ਸ਼ਕਤੀ ਕੰਮ ਕਰ ਰਹੀ ਹੈ।
ਉਹਦੇ ਵੱਲ ਦਾ ਧਿਆਨ ਨਾ ਗਿਆ, ਸ਼ਕਤੀ ਵੱਲ। ਨਾਸਤਕਾਂ ਦਾ ਧਿਆਨ ਨਹੀਂ ਜਾਂਦਾ। ਅੱਜ ਵੀ ਜਿਹੜੇ ਚੰਡੀ ਦਾ ਵਿਰੋਧ ਕਰ ਰਹੇ ਨੇ ਨਾਸਤਕ ਲੋਕ ਨੇ, ਉਹਨਾਂ ਨੂੰ ਗਿਆਨ ਨਹੀਂ ਹੈ ਮਹਾਰਾਜ ਸੱਚੇ ਪਾਤਸ਼ਾਹ ਦੀ ਸ਼ਕਤੀ ਦਾ। ਤੋ ਉਹ ਕਹਿਣ ਲੱਗੇ ਕਿ ਤੂੰ ਸਾਡੇ ਨਾਲ ਇਕੱਲਾ ਲੜ ਰਿਹਾ ਬਈ, ਅਸੀਂ ਦੋ ਆ, ਤੂੰ ਧਨ ਹੈ ਜਿਹੜਾ ਸਾਡੇ ਨਾਲ ਲੜ ਰਿਹਾ। ਵਰ ਮੰਗ ਕੀ ਮੰਗਦਾ ਹੈ? ਵਿਸ਼ਨੂੰ ਭਗਵਾਨ ਦੇ ਅੰਦਰ ਚੰਡੀ ਵਰਤ ਰਹੀ ਸੀ। ਕਹਿਣ ਲੱਗੇ ਆਪਣੇ ਸੀਸ ਦੇ ਦਿਓ, ਜੇ ਤੁਸੀਂ ਦੇਣੇ ਹੀ ਨੇ ਤੇ ਆਪਣੇ ਸੀਸ ਦੇ ਦਿਓ। ਕਹਿੰਦੇ ਸੀਸ ਤਾਂ ਦੇ ਦਈਏ ਪਰ ਉੱਥੇ ਦਿਆਂਗੇ ਜਿੱਥੇ ਪਾਣੀ ਨਾ ਹੋਵੇ। ਚਾਰੇ ਪਾਸੇ ਪਾਣੀ ਸੀ। ਹੁਣ ਪਾਣੀ ਤੇ ਭਗਵਾਨ ਨੇ ਚੌਂਕੜਾ ਮਾਰ ਲਿਆ। 40 ਕੋਜ ਚੌਂਕੜਾ ਵੱਜਾ, ਜਿੱਥੇ ਅੱਜ ਕੱਲ੍ਹ ਥਾਨੇਸਰ ਹੈ, ਕੁਰਸ਼ੇਤਰ ਦੀ ਧਰਤੀ ਹੈ। ਉੱਥੇ ਚੌਂਕੜਾ ਮਾਰ ਕੇ ਪਾਣੀ ਦੇ ਉੱਤੇ ਤੇ ਉਹਨਾਂ ਨੂੰ ਆਪਣੇ ਦੋਵਾਂ ਪੱਟਾਂ ਤੇ ਲੰਮਿਆਂ ਪਾ ਲਿਆ ਤੇ ਚੱਕਰ ਨਾਲ ਦੋਵਾਂ ਦੇ ਸੀਸ ਕੱਟ ਲਏ। ਉਹਨਾਂ ਦੀ ਚਰਬੀ ਪਾਣੀ ਤੇ ਫੈਲ ਗਈ। ਉੱਥੋਂ ਮੇਦਨੀ ਬਣ ਗਈ। ਬਾਣੀ ਚਾਹੁੰਦਾ ਨਾ 184 ਮੇਦਨੀ ਸਭ ਸੇਵ ਕਰਨ ਦਾ। ਇਹ ਮੇਦਨੀ ਸਾਧ ਸੰਗਤ ਜੀ ਮਿੱਝ ਤੋਂ ਬਣੀ ਹੋਈ ਹੈ। ਜਿਹੜਾ ਮਰਜ਼ੀ ਕੋਸ਼ ਵੇਖ ਦਰਸ਼ਨ ਕਰ ਲਓ। ਜੇ ਕਿਸੇ ਕੋਲ ਭਾਈ ਹੈ ਕਿ ਕੋਸ਼, ਕਿਸੇ ਕੋਲ ਵਿਦਿਆ ਹੈ ਤੇ ਉਹ ਗੱਲ ਆ ਕੇ ਕਰ ਸਕਦਾ। ਪਿੱਛੇ ਜੀ ਸਿੰਘ ਸਾਹਿਬ ਅਕਾਲ ਤਖਤ ਸਾਹਿਬ ਜੀ ਨੇ ਵੀ ਇਹ ਕਥਾ ਕੀਤੀ ਤੇ ਬੜਾ ਵਾਦ ਵਿਵਾਦ ਛੇੜਿਆ। ਅਖੇ ਜੀ ਇਹ ਹਿੰਦੂਆਂ ਦੀ ਕਹਾਣੀਆਂ ਨਾਲ ਜੋੜੀ ਜਾਂਦੇ ਆ ਮੇਦਨੀ ਨੂੰ। ਉਹ ਤੇ ਇਹਨਾਂ ਨੂੰ ਪੁੱਛਿਆ ਫਿਰ ਮੇਦਨੀ ਦੀ ਤੁਸੀਂ ਵੀ ਭਗਤੀ ਦੱਸੋ, ਮੇਦਨੀ ਕੀ ਹੁੰਦੀ ਹੈ, ਕਿਵੇਂ ਬਣਦੀ ਹੈ? ਮਿੱਧ ਤੋਂ ਬਣੀ ਸੋ ਮੇਦਨੀ, ਜੋ ਗੁਰਬਾਣੀ 'ਚ ਮੇਦਨੀ ਸ਼ਬਦ ਆਉਂਦਾ। ਇਸ ਕਰਕੇ ਉਹਦੀ ਜਦੋਂ ਤੁਹਾਨੂੰ ਵਿਆਖਿਆ ਕਰਨੀ ਪੈਣੀ ਹੈ ਤਾਂ ਇਹ ਕਥਾ ਸੁਣਾਉਣੀ ਪੈਣੀ ਹੈ। ਇਸ ਕਰਕੇ ਸਾਧ ਸੰਗਤ ਜੀ ਉਹ ਮੱਧ ਕੈਟਬ ਦੀ ਮਿੱਝ ਤੋਂ ਫਿਰ ਇਹ ਮੇਦਨੀ ਧਰਤੀ ਬਣ ਗਈ। ਫਿਰ ਮੱਧ ਕੈਟਬ ਨੂੰ ਮਾਰਨ ਤੋਂ ਬਾਅਦ ਮਹਿਖਾਸੁਰ ਨੂੰ ਵੀ ਮਾਰਿਆ ਚੰਡੀ ਨੇ। ਫਿਰ ਇੱਕ ਧੂਮਰ ਨੈਣ ਜਿਹਦੀਆਂ ਅੱਖਾਂ ਧੂਏ ਵਰਗੀਆਂ ਸੀ, ਬੜੀਆਂ ਡਰਾਉਣੀਆਂ। ਉਹਦੀ ਅੱਖਾਂ 'ਚੋਂ ਧੂਆਂ ਨਿਕਲਦਾ ਸੀ, ਐਡਾ ਡਰਾਉਣਾ ਸਰੂਪ ਸੀ ਉਹਦਾ। ਉਹਨੂੰ ਮਾਰਿਆ। ਫਿਰ ਚੰਡ ਮੁੰਡ ਦੋ ਸਕੇ ਭਰਾ ਜਿਹੜੇ ਸੁੰਭ ਦੇ ਫੌਜ ਦੇ ਵੱਡੇ ਜਰਨੈਲ ਸਨ, ਉਹਨਾਂ ਨੂੰ ਵੀ ਚੰਡੀ ਨੇ ਮਾਰਿਆ। ਮੁੰਡ ਕੋ ਮੁੰਡ ਉਤਾਰ ਦਿਓ, ਅਬ ਚੰਡ ਕੋ ਹਾਥ ਲਗਾਵਤ ਚੰਡੀ। ਮਹਾਰਾਜ ਦਸਮ ਪਾਤਸ਼ਾਹ ਜੀ ਨੇ ਚੰਡੀ ਚਰਿੱਤਰ 'ਚ ਲਿਖੀ ਇਹ ਕਥਾ ਸਾਰੀ। ਹਾਂਜੀ, ਸੁੰਭ ਨੇ ਸੁੰਭ ਸੰਘਾਰਨ ਕਾਲੀ, ਸੁੰਭ ਤੇ ਨਿਸੁੰਭ ਨੂੰ ਮਾਰਨ ਵਾਲੀ ਇਹ ਕਾਲੀ ਜਗਤ ਮਾਤ ਚੰਡਕਾ ਹੈ। ਨਾਸੇ ਅਨਗਨ ਦੁਸ਼ਟ ਕੁਚਾਲੀ, ਔਰ ਬੇਅੰਤ ਦੁਸ਼ਟਾਂ ਨੂੰ ਜਿਹੜੇ ਭੈੜੀਆਂ ਚਾਲਾਂ ਚੱਲਦੇ ਉਹਨਾਂ ਨੂੰ ਨਾਸ ਕਰਨ ਵਾਲੀ ਹੈ। ਜਗ ਕਰਤਾ ਪ੍ਰਤਪਾਲ ਵਿਸ਼ਾਲੀ, ਇਹ ਜਗਤ ਦੀ ਕਰਤਾ ਹੈ ਤੇ ਪਾਲਣਾ ਕਰਨ ਵਾਲੀ ਵੀ ਹੈ ਤੇ ਨਾਸ ਕਰਨ ਵਾਲੀ ਵੀ ਹੈ। ਸਭ ਸੰਘਾਰਨ ਪਰਲੈ ਕਰਾਲੀ, ਅਖੀਰ ਨੂੰ ਖਤਮ ਕਰਨ ਵਾਲੀ ਹੈ। ਆਪ ਹੀ ਉਹ ਬ੍ਰਹਮਾ ਬਣ ਕੇ ਪੈਦਾ ਕਰਦੀ ਹੈ, ਵਿਸ਼ਨੂੰ ਬਣ ਕੇ ਪਾਲਣਾ ਕਰਦੀ ਹੈ, ਸ਼ਿਵ ਜੀ ਬਣ ਕੇ ਸੰਘਾਰ ਕਰਦੀ ਹੈ। ਸ਼ਕਤੀ ਇੱਕੋ ਹੀ ਹੈ। ਉਹਨੇ ਆਪ ਹੀ ਸਿਰਜੇ ਦਾਨੋ ਦੇਵਤੇ ਤਿੰਨ ਅੰਦਰ ਬਾਦ ਰਚਾਇਆ। ਬ੍ਰਹਮਾ ਵਿਸ਼ਨ ਮਹੇਸ਼ ਸਾਜ ਕੁਦਰਤੀ ਦਾ ਖੇਲ ਰਚਾਏ ਬਣਾਇਆ। ਸਿੰਧ ਪਰਬਤ ਮੇਦਨੀ ਬਿਨ ਠੰਮਾ ਗਗਨ ਰਹਾਇਆ। ਸਿਰਜੇ ਦਾਨੋ ਦੇਵਤੇ ਤਿੰਨ ਅੰਦਰ ਬਾਦ ਰਚਾਇਆ। ਤੈ ਹੀ ਦੁਰਗਾ ਸਾਜ ਕੇ ਦੈਂਤਾਂ ਦਾ ਨਾਂ। ਉਹ ਜਿਹੜੀ ਦੁਰਗਾ ਨੂੰ ਵੀ ਪੈਦਾ ਕਰਨ ਵਾਲੀ ਹੈ, ਉਹ ਰਾਖਸ਼ਾਂ ਦਾ ਨਾਸ ਕਰਨ ਲਈ ਕਈ ਰੂਪ ਧਾਰਨ ਕਰਦੀ ਹੈ। ਜਿਹਦਾ ਨਾ ਆਦ ਕਿਸੇ ਨੂੰ ਪਤਾ ਲੱਗਦਾ ਨਾ ਅੰਤ ਪਤਾ ਲੱਗਣਾ, ਕਿਉਂਕਿ ਉਹਦਾ ਆਦ ਅੰਤ ਹੈ ਹੀ ਨਹੀਂ। ਜਿਹਦਾ ਆਦ ਨਹੀਂ ਉਹਦਾ ਆਦ ਪਤਾ ਕਿਵੇਂ ਲੱਗੇਗਾ? ਜਿਹਦਾ ਅੰਤ ਹੈ ਨਹੀਂ ਉਹਦਾ ਅੰਤ ਕਿਵੇਂ ਪਤਾ ਲੱਗੇਗਾ? ਸੋ ਆਦ ਅੰਤ ਉਹਦਾ ਹੈ ਹੀ ਨਹੀਂ। ਪਾਰ ਨਾ ਪਾਇਓ ਜਾਈ, ਕਿਸੇ ਕੋਲੋਂ ਵੀ ਉਹਦਾ ਪਾਰਾਵਾਰ ਨਹੀਂ ਪਾਇਆ ਜਾ ਸਕਦਾ। ਪਰਮ ਜੋਤ ਕੀ ਜੋਤ ਮਹਾਨੀ, ਉਹ ਪਰਮ ਜੋਤ ਕੀ ਜੋਤ ਹੈ। ਉਹ ਸਾਧ ਸੰਗਤ ਜੀ ਸਾਰੀਆਂ ਜੋਤਾਂ ਦੀ ਜੋਤ ਹੈ, ਪਰਮ ਜੋਤ ਹੈ। ਉਹ ਸਾਰੇ 33 ਕਰੋੜ ਦੇਵੀ ਦੇਵਤੇ ਤਾਂ ਉਹਦੇ ਫੁਰਨੇ ਨਾਲ ਪੈਦਾ ਹੋਏ ਨੇ। ਆ ਜਿਨ੍ਹਾਂ ਦੇਵੀ ਦੇਵਤਿਆਂ ਦੇ ਦੁਨੀਆ ਮਗਰ ਲੱਗੀ ਫਿਰੀ ਹੈ, ਇਹ ਸਾਰੇ ਦੇਵੀ ਦੇਵਤੇ ਮਾਇਆ ਦੇ ਮੋਹੇ ਹੋਏ ਨੇ। ਮਾਇਆ ਮੋਹੇ ਦੇਵੀ ਸਭ ਦੇਵਾ, ਕਾਲ ਨਾ ਛੋੜੈ ਪਿਨ ਗੁਰ ਕੀ ਸੇਵਾ। ਉਹ ਜਿਹੜੀ ਦੇਵੀ ਹੈ ਨਾ, ਉਹ ਜਿਹੜੀ ਚੰਡੀ ਹੈ, ਉਹ ਜਿਹੜੀ ਸ਼ਕਤੀ ਹੈ, ਜਿਹੜੀ ਇਹਨਾਂ ਸਾਰਿਆਂ ਦੀ ਮਾਂ ਹੈ। ਸ੍ਰੀ 10ਵੇਂ ਪਾਤਸ਼ਾਹ ਉਹਦੀ ਉਪਾਸਨਾ ਕਰ ਰਹੇ ਹਨ। ਉਹਨੂੰ ਜਿੱਥੇ ਕਿੱਥੇ ਯਾਦ ਕਰੋ ਉੱਥੇ ਹੀ ਹਾਜ਼ਰ ਹੈ। ਸਭ ਥਾਈਂ ਹੋਏ ਸਹਾਏ, ਉਹ ਸਾਰੀ ਜਗ੍ਹਾ ਤੇ ਵਰਦਾਨ ਦੇਣ ਵਾਲੀ ਹੈ। ਕਾਹੇ ਆਰਾਧਨ ਤਤਪਰ ਹੋਏ, 10ਵੇਂ ਪਾਤਸ਼ਾਹ ਉਸ ਜਗਤ ਮਾਤ ਚੰਡਕਾ ਦੀ ਆਰਾਧਨਾ 'ਚ ਤਤਪਰ ਹੋ ਗਏ ਨੇ। ਤਪਨ ਜਾਵਦ ਨਹਿ ਜੋਏ, ਜਿੰਨਾ ਚਿਰ ਉਹਦੇ ਦਰਸ਼ਨ ਨਹੀਂ ਹੁੰਦੇ
ਉਹਨਾਂ ਚਿਰ ਤਪ ਕਰੀ ਜਾਣਗੇ ਧਿਆਨ ਪਰਾਇਣ ਕਰਨ ਪ੍ਰਤੱਛ। ਉਹਦੇ ਧਿਆਨ ਵਿੱਚ ਜੁੜੇ ਹੋਏ ਨੇ ਜੋ ਅਕਾਲ ਪੁਰਖ ਦੀ ਆਦ ਸ਼ਕਤੀ ਚੰਡੀ ਹੈ, ਉਹਨੂੰ ਪ੍ਰਤੱਖ ਕਰਨਾ ਚਾਹੁੰਦੇ ਨੇ। ਦਰਸ ਬਿਲੋਚਨ ਗੋਚਰ ਸਵੱਛ। ਮਹਾਰਾਜ ਸੱਚੇ ਪਾਤਸ਼ਾਹ ਦੇ ਸੁੰਦਰ ਸਰੂਪ ਅਕਾਲ ਪੁਰਖ ਜਗਤ ਮਾਤ ਚੰਡਕਾ ਦੇ ਸਵੱਛ ਸਰੂਪ ਦੇ ਦਰਸ਼ਨ ਕਰਨਾ ਚਾਹੁੰਦੇ ਨੇ ਤੇ ਉਹ ਖਾਲਸੇ ਪੰਥ ਸ਼ਕਤੀ ਦਾ ਸੰਚਾਰ ਕਰਨਗੇ। ਇਹ ਕਥਾ ਆਪਾਂ ਅੱਗੇ ਸਰਵਣ ਕਰਾਂਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਹੇ ਗੋਬਿੰਦ, ਹੇ ਗੋਪਾਲ।